Model Test Paper for General Students, Session 2022 to 23, Class 5th English, total marks 80, time 3 hours. Section A. Read the passage and answer the following questions. ਇਹ ਨੀਚੇ ਸਾਨੂੰ ਜੋ ਹੈ ਇੱਕ ਪੈਸੇਜ ਗਿਵਨ ਹੈ, ਇਹਨੂੰ ਅਸੀਂ ਰੀਡ ਯਾਨੀ ਕਿ ਪੜ੍ਹਨਾ ਹੈ ਤੇ ਫਿਰ ਅਸੀਂ ਜੋ ਹੈ ਨੀਚੇ ਦਿੱਤੇ ਗਏ ਕੁਐਸਚਨਸ ਦੇ ਆਨਸਰ ਜੋ ਹੈ ਦੇਣੇ ਨੇ। Milkha Singh also won gold medal in Asian Games held in Tokyo, beating the Pakistani runner Abdul Khalik. He was invited by the President of Pakistan, but he did not want to go because of the bitter memories of partition. At last, Pandit Jawaharlal Nehru convinced him to go. देखो फर्स्ट जो लाइन है, मिल्खा सिंह आल्सो वोन गोल्ड मेडल इन एशियन गेम्स हेल्ड इन टोक्यो बीटिंग द पाकिस्तानी रनर अब्दुल खालिक। भी एशियन गेम्स जो कि ਟੋਕਿਓ ਜੋ ਹੈ ਜਾਪਾਨ ਦੇ ਵਿੱਚ ਹੈ ਤੇ ਜਾਪਾਨ ਦੇ ਵਿੱਚ ਟੋਕਿਓ ਸ਼ਹਿਰ ਦੇ ਵਿੱਚ ਏਸ਼ੀਅਨ ਗੇਮਸ ਹੋਏ ਸਨ ਤੇ ਮਿਲਖਾ ਸਿੰਘ ਨੇ ਜੋ ਹੈ ਉਹਨਾਂ ਗੇਮਸ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਤੇ ਉਸਨੇ ਹਰਾਇਆ ਸੀ ਪਾਕਿਸਤਾਨੀ ਰਨਰ ਹੁੰਦਾ ਹੈ ਜੀ ਜਿਹੜੇ ਦੌੜਦੇ ਹੈ ਤਾਂ ਪਾਕਿਸਤਾਨੀ ਜਿਹੜਾ ਰਨਰ ਸੀ ਉਹਦਾ ਨਾਮ ਸੀ ਅਬਦੁਲ ਖਾਲਿਕ। ਇਸ ਪਾਕਿਸਤਾਨੀ ਰਨਰ ਅਬਦੁਲ ਖਾਲਿਕ ਨੂੰ ਹਰਾ ਕੇ ਮਿਲਖਾ ਸਿੰਘ ਨੇ ਏਸ਼ੀਅਨ ਗੇਮਸ ਜੋ ਕਿ ਟੋਕਿਓ ਦੇ ਵਿੱਚ ਹੋਈਆਂ ਸੀ ਉਹਨਾਂ ਦੇ ਵਿੱਚ 골ਡ ਮੈਡਲ ਜਿੱਤਿਆ ਸੀ। ਹੀ ਵਾਸ ਇਨਵਾਈਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਤੇ ਜੋ ਮਿਲਖਾ ਸਿੰਘ ਹੈ ਉਸ ਨੂੰ ਇਨਵਾਈਟ ਕੀਤਾ ਗਿਆ ਜੋ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਤਰਫੋਂ, ਬਟ ਹੀ ਡਿਡ ਨੋਟ ਵਾਂਟ ਟੂ ਗੋ, ਪਰ ਜੋ ਮਿਲਖਾ ਸਿੰਘ ਹੈ ਉਹ ਨਹੀਂ ਜਾਣਾ ਚਾਹੁੰਦਾ ਸੀ ਬਿਕੋਜ਼ ਆਫ ਦਾ ਬਿਟਰ ਮੈਮਰੀਜ਼ ਆਫ ਪਾਰਟੀਸ਼ਨ। ਜੋ ਇਹ ਵਰਡ ਆਇਆ ਜੀ ਬਿਟਰ, ਇਹਦਾ ਮੀਨਿੰਗ ਹੁੰਦਾ ਜੀ ਕਾਫੀ ਮਤਲਬ ਜੋ ਹੈ ਇੱਕ ਤਰ੍ਹਾਂ ਦਾ ਵੈਸੇ ਕੜਵਾ ਹੁੰਦਾ ਵੈਸੇ ਬਿਟਰ ਦਾ ਮੀਨਿੰਗ ਤਾਂ, ਤੇ ਇੱਥੇ ਜੋ ਕੜਵਾ ਕਹਿ ਸਕਦੇ ਹਾਂ ਅਸੀਂ ਜੋ ਬਿਟਰ ਵਰਡ ਯੂਜ਼ ਹੋਇਆ ਹੈ ਵੀ ਮਿਲਖਾ ਸਿੰਘ ਦੇ ਅੰਦਰ ਪਾਰਟੀਸ਼ਨ ਯਾਨੀ ਕਿ ਜਦੋਂ ਭਾਰਤ ਆਜ਼ਾਦ ਹੁੰਦਾ ਹੈ 1947 ਦਾ ਜਦੋਂ ਜੋ ਪਾਰਟੀਸ਼ਨ ਹੁੰਦਾ ਹੈ ਪਾਕਿਸਤਾਨ ਤੇ ਭਾਰਤ ਦਾ ਉਸ ਵਕਤ ਦੀ ਕੁਝ ਕੜਵੀਆਂ ਯਾਦਾਂ ਯਾਨੀ ਕਿ ਕੁਝ ਭਿਆਨਕ ਯਾਦਾਂ ਜੋ ਹੈ ਮਿਲਖਾ ਸਿੰਘ ਦੇ ਦਿਮਾਗ ਦੇ ਵਿੱਚ ਸੀ ਕਿਉਂਕਿ ਉਹਦਾ ਜੋ ਪਰਿਵਾਰ ਹੈ ਉਹ ਜੋ ਹੈ ਵਿਛੁੜ ਗਿਆ ਸੀ, ਉਸ ਤੋਂ ਅਲੱਗ ਹੋ ਗਿਆ ਸੀ, ਅੱਡ ਹੋ ਗਿਆ ਸੀ ਇਸ ਪਾਰਟੀਸ਼ਨ ਦੇ ਦੌਰਾਨ ਤੇ ਉਸ ਦੀ ਇੱਕ ਕਹਿ ਸਕਦੇ ਹਾਂ ਕਿ ਭਿਆਨਕ ਯਾਦਾਂ ਜੋ ਹੈ ਉਸ ਦੇ ਦਿਮਾਗ ਦੇ ਵਿੱਚ ਯਾਨੀ ਕਿ ਮਿਲਖਾ ਸਿੰਘ ਦੇ ਦਿਮਾਗ ਦੇ ਵਿੱਚ ਸਨ ਤੇ ਤਾਂ ਕਰਕੇ ਉਹ ਜੋ ਹੈ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਐਟ ਲਾਸਟ ਪੰਡਿਤ ਜਵਾਹਰ ਲਾਲ ਨਹਿਰੂ ਕਨਵਿੰਸਡ ਹਿਮ ਟੂ ਗੋ। ਦੇਖੋ ਕਨਵਿੰਸਡ ਦਾ ਮੀਨਿੰਗ ਹੁੰਦਾ ਹੈ ਜੀ ਭਰੋਸਾ ਦਿਵਾਣਾ, ਯਕੀਨ ਦਿਵਾਣਾ ਤੇ ਅੰਤ ਦੇ ਵਿੱਚ ਜੋ ਪੰਡਿਤ ਜਵਾਹਰ ਲਾਲ ਨਹਿਰੂ ਸਨ ਉਹਨਾਂ ਨੇ ਮਿਲਖਾ ਸਿੰਘ ਨੂੰ ਜੋ ਹੈ ਭਰੋਸਾ ਦਿਵਾਇਆ ਜਾਣ ਵਾਸਤੇ ਪਾਕਿਸਤਾਨ ਦੇ ਵਿੱਚ। ਤੇ ਹੁਣ ਅਸੀਂ ਜੋ ਹੈ ਕੁਐਸਚਨ ਆਨਸਰਸ ਕਰਨੇ ਹੈ ਜੀ। ਪਹਿਲਾ ਕੁਐਸਚਨ ਹੈ ਜੀ ਇਨ ਵਿਚ ਗੇਮਸ ਡਿਡ ਮਿਲਖਾ ਸਿੰਘ ਵਿਨ 골ਡ ਮੈਡਲ। ਉਹ ਕਿਹੜੀਆਂ ਖੇਡਾਂ ਸਨ ਜਿਨ੍ਹਾਂ ਦੇ ਵਿੱਚ ਮਿਲਖਾ ਸਿੰਘ ਜੋ ਹੈ 골ਡ ਮੈਡਲ ਜਿੱਤਦਾ ਹੈ ਤਾਂ ਮਿਲਖਾ ਸਿੰਘ ਨੇ ਕਿਹੜੀਆਂ ਖੇਡਾਂ ਦੇ ਵਿੱਚ ਜਿੱਤਿਆ ਸੀ 골ਡ ਮੈਡਲ। ਅਸੀਂ ਫਰਸਟ ਲਾਈਨ ਦੇ ਵਿੱਚ ਪੜ੍ਹਿਆ ਹੈ ਮਿਲਖਾ ਸਿੰਘ ਆਲਸੋ ਵੋਨ 골ਡ ਮੈਡਲ ਇਨ ਏਸ਼ੀਅਨ ਗੇਮਸ। ਇਹ ਦੇਖੋ ਜ਼ਰਾ, ਹਾਂਜੀ ਇਹ ਅਸੀਂ ਪੜ੍ਹਿਆ ਸੀ ਕਿ ਮਿਲਖਾ ਸਿੰਘ ਨੇ ਜੋ ਹੈ 골ਡ ਮੈਡਲ ਜਿੱਤਿਆ ਹੈ ਏਸ਼ੀਅਨ ਗੇਮਸ ਦੇ ਵਿੱਚ, ਤਾਂ ਸਾਡਾ ਆਨਸਰ ਹੋਊਗਾ ਏਸ਼ੀਅਨ ਗੇਮਸ। ਇੱਥੇ ਨੈਸ਼ਨਲ ਗੇਮਸ ਵੀ ਗਿਵਨ ਹੈ, ਓਲੰਪਿਕ ਗੇਮਸ ਵੀ ਗਿਵਨ ਹੈ, ਵੀਡੀਓ ਗੇਮਸ ਵੀ ਗਿਵਨ ਹੈ, ਤਾਂ ਇਹ ਤਿੰਨੋਂ ਜੋ ਹੈ ਰੋਂਗ ਹੈ। ਨੈਸ਼ਨਲ ਗੇਮਸ, ਓਲੰਪਿਕ ਗੇਮਸ, ਵੀਡੀਓ ਗੇਮਸ ਇਹ ਤਿੰਨੋਂ ਰੋਂਗ ਹੈ। ਸਾਡਾ ਸਹੀ ਆਨਸਰ ਹੈ ਜੀ ਏਸ਼ੀਅਨ ਗੇਮਸ। ਹਾਂਜੀ ਸੈਕਿੰਡ ਹੈ ਜੀ ਹੂ ਇਨਵਾਈਟਡ ਮਿਲਖਾ ਸਿੰਘ। ਵੀ ਮਿਲਖਾ ਸਿੰਘ ਨੂੰ ਕਿੰਨੇ ਇਨਵਾਈਟ ਕੀਤਾ ਸੀ, ਤਾਂ ਹੁਣੇ ਅਸੀਂ ਪੜ੍ਹਿਆ ਵੀ ਜੋ ਪਾਕਿਸਤਾਨ ਦਾ ਜੋ ਪ੍ਰੈਜ਼ੀਡੈਂਟ ਸੀ ਉਸਨੇ ਮਿਲਖਾ ਸਿੰਘ ਨੂੰ ਇਨਵਾਈਟ ਕੀਤਾ ਸੀ, ਤਾਂ ਸਾਡਾ ਆਨਸਰ ਹੋਊਗਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ। ਪ੍ਰੈਜ਼ੀਡੈਂਟ ਆਫ ਪਾਕਿਸਤਾਨ ਇਨਵਾਈਟਡ ਦਾ ਮਿਲਖਾ ਸਿੰਘ। ਵੀ ਮਿਲਖਾ ਸਿੰਘ ਨੂੰ ਪਾਕਿਸਤਾਨ ਆਉਣ ਦਾ ਸੱਦਾ ਜੋ ਹੈ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਦਿੱਤਾ ਸੀ।
हाँ जी, थर्ड है हु कन्विंस्ड हिम टू गो टू पाकिस्तान। ਜਦੋਂ ਮਿਲਖਾ ਸਿੰਘ ਇਹ ਜੋ ਹੈ ਪਾਰਟੀਸ਼ਨ ਦੀ ਜਿਹੜੀ ਯਾਦਾਂ ਸੀ, ਕੜਵੀਆਂ ਯਾਦਾਂ ਸੀ ਉਹਦੇ ਦਿਮਾਗ ਦੇ ਵਿੱਚ, ਉਹਨਾਂ ਦੇ ਕਰਕੇ ਜਦੋਂ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ ਤਾਂ ਕਿਸਨੇ ਜੋ ਹੈ ਮਿਲਖਾ ਸਿੰਘ ਨੂੰ ਕਨਵਿੰਸ ਕੀਤਾ ਸੀ, ਯਾਨੀ ਕਿ ਭਰੋਸਾ ਦਿਵਾਇਆ ਸੀ ਪਾਕਿਸਤਾਨ ਜਾਣ ਵਾਸਤੇ, ਤਾਂ ਕੌਣ ਸੀ ਉਹ? ਪੰਡਿਤ ਜਵਾਹਰ ਲਾਲ ਨਹਿਰੂ। ਤਾਂ ਸਾਡਾ ਆਨਸਰ ਹੋਊਗਾ ਪੰਡਿਤ ਜਵਾਹਰ ਲਾਲ ਨਹਿਰੂ। ਹਾਂਜੀ, फोर्थ है जी प्लूरल ऑफ मेडल इज। देखो ਇੱਥੇ ਜੋ ਹੈ ਪਲੂਰਲ ਇਹਨਾਂ ਨੇ ਸਾਨੂੰ ਕਿਹਾ ਹੈ, ਤਾਂ ਪਲੂਰਲ ਦਾ ਮੀਨਿੰਗ ਕੀ ਹੁੰਦਾ ਹੈ? ਵੀ ਬਹੁਵਚਨ, ਤਾਂ ਵੀ ਇੱਕ ਤੋਂ ਜ਼ਿਆਦਾ, ਠੀਕ ਹੈ। ਜਿਹੜਾ ਮੈਡਲ ਹੈ ਉਹ ਇੱਕ ਹੋ ਗਿਆ, ਵੀ ਇੱਕ ਮੈਡਲ ਹੈ। ਤੇ ਅਗਰ ਅਸੀਂ ਜਦੋਂ ਇੱਕ ਤੋਂ ਜ਼ਿਆਦਾ ਮੈਡਲ ਦੀ ਗੱਲ ਕਰਨੀ ਹੈ ਤਾਂ ਅਸੀਂ ਵਰਡ ਯੂਜ਼ ਕਰਦੇ ਹਾਂ ਮੈਡਲਸ। ਤਾਂ ਜੋ ਮੈਡਲ ਦਾ ਜੋ ਪਲੂਰਲ ਹੈ ਉਹ ਹੈ ਮੈਡਲਸ। ਇੱਥੇ ਹੁਣ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ। ਕਨਫਿਊਜ਼ਨ ਦਾ ਕਾਰਨ ਕੀ ਹੈ ਇਹ ਤੁਸੀਂ ਦੇਖ ਸਕਦੇ ਹੋ। ਜਿਹੜਾ ਇਹ ਸੀ ਵਾਲਾ ਹੈ ਇਸ ਦੇ ਵਿੱਚ ਵੀ ਮੈਡਲਸ ਹੈ, ਤੇ ਜਿਹੜਾ ਏ ਵਾਲਾ ਹੈ ਇਸ ਦੇ ਵਿੱਚ ਵੀ ਜੋ ਹੈ ਮੈਡਲਸ ਹੈ, ਤੇ ਦੋਵਾਂ ਦੇ ਸਪੈਲਿੰਗਸ ਵੀ ਜੋ ਹੈ ਉਹ ਸੇਮ ਹਨ, ਠੀਕ ਹੈ। ਤਾਂ ਮੇਰੇ ਖਿਆਲ ਤੋਂ ਇਹ ਦੋਵੇਂ ਹੀ ਜੋ ਹੈ ਆਨਸਰ ਹੈਗੇ ਨੇ ਏ ਔਰ ਸੀ, ਕਿਉਂਕਿ ਜੋ ਪਲੂਰਲ ਹੈ, ਜੋ ਬਹੁਵਚਨ ਹੈ ਮੈਡਲ ਦਾ, ਮੈਡਲ ਜੋ ਹੈ ਕੱਲਾ ਇੱਕ ਮੈਡਲ ਹੋ ਗਿਆ। ਤੇ ਅਗਰ ਅਸੀਂ ਇਸ ਨੂੰ ਪਲੂਰਲ ਫਾਰਮ ਦੇ ਵਿੱਚ ਯਾਨੀ ਕਿ ਬਹੁਵਚਨ ਫਾਰਮ ਦੇ ਵਿੱਚ ਲਿਖਣਾ ਹੈ, ਇੱਕ ਤੋਂ ਜ਼ਿਆਦਾ ਦੀ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਅਸੀਂ ਮੈਡਲ ਦਾ ਜੋ ਪਲੂਰਲ ਹੈ ਉਹ ਅਸੀਂ ਲਿਖਾਂਗੇ ਮੈਡਲਸ। ਇੱਥੇ ਜੋ ਹੈ ਮੈਡਲਸ ਦੋ ਵਾਰੀ ਆ ਰਿਹਾ ਹੈ, ਆਪਸ਼ਨ ਏ ਤੇ ਆਪਸ਼ਨ ਸੀ ਦੇ ਵਿੱਚ। ਤਾਂ ਸਾਡੇ ਫਿਰ ਇਹ ਜੋ ਹੈ ਦੋਵੇਂ ਹੀ ਆਪਸ਼ਨਸ ਸਹੀ ਨੇ, ਠੀਕ ਹੈ। ਆਪਸ਼ਨ ਏ ਵੀ ਸਹੀ ਹੈ ਤੇ ਆਪਸ਼ਨ ਸੀ ਵੀ ਸਹੀ ਹੈ। ਮੈਡਲਸ ਜੋ ਆਪਸ਼ਨ ਏ ਦੇ ਵਿੱਚ ਹੈ ਉਹ ਵੀ ਸਹੀ ਹੈ, ਮੈਡਲਸ ਜੋ ਆਪਸ਼ਨ ਸੀ ਦੇ ਵਿੱਚ ਹੈ ਉਹ ਵੀ ਸਹੀ ਹੈ। ਹਾਂਜੀ, क्वेश्चन नंबर 5 है एट लास्ट पंडित जवाहरलाल नेहरू कन्विंस्ड हिम टू गो। हेयर हिम मीन्स। देखो इस क्वेश्चन ਦੇ ਵਿੱਚ ਇਹਨਾਂ ਨੇ ਸਾਨੂੰ ਇਹ ਕਿਹਾ ਹੈ ਵੀ क्वेश्चन ਇਹ ਹੈ एट लास्ट ਵੀ ਅਖੀਰ ਦੇ ਵਿੱਚ ਪੰਡਿਤ ਜਵਾਹਰਲਾਲ ਨਹਿਰੂ ਕਨਵਿੰਸਡ ਹਿਮ ਟੂ ਗੋ, ਵੀ ਪੰਡਿਤ ਜਵਾਹਰਲਾਲ ਨਹਿਰੂ ਨੇ ਜੋ ਹੈ ਉਸ ਨੂੰ ਸਮਝਾਇਆ ਜਾਂ ਯਕੀਨ ਦਿਵਾਇਆ, ਭਰੋਸਾ ਦਿਵਾਇਆ ਜਾਣ ਵਾਸਤੇ ਪਾਕਿਸਤਾਨ। ਤਾਂ ਇਹਨਾਂ ਦਾ ਕੁਐਸਚਨ ਹੈ ਵੀ ਜੋ ਇਹ ਹਿਮ ਵਰਡ ਹੈ, ਇਹ ਜਿਹੜਾ ਵਰਡ ਹੈ ਹਿਮ, ਠੀਕ ਹੈ। ਇੱਥੇ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਹਿਮ ਵਰਡ ਹੈ ਇਹ ਕਿਹਦੇ ਵਾਸਤੇ ਯੂਜ਼ ਹੋਇਆ ਹੈ? ਹੇਅਰ ਹਿਮ ਮੀਨਸ। ਇਹਨਾਂ ਨੇ ਕਿਹਾ ਹੈ ਵੀ ਹਿਮ ਜੋ ਵਰਡ ਹੈ HIM ਇਹ ਕਿਹਦੇ ਵਾਸਤੇ ਯੂਜ਼ ਹੋਇਆ ਹੈ? ਤਾਂ ਸਾਨੂੰ ਪਤਾ ਹੈ ਵੀ ਜੋ ਪੰਡਿਤ ਜਵਾਹਰ ਲਾਲ ਨਹਿਰੂ ਸਨ ਉਹ ਕਿਸ ਨੂੰ ਕਨਵਿੰਸ ਕਰ ਰਹੇ ਸੀ? ਉਹ ਮਿਲਖਾ ਸਿੰਘ ਨੂੰ ਕਨਵਿੰਸ ਕਰ ਰਹੇ ਸੀ, ਯਾਨੀ ਕਿ ਉਸ ਨੂੰ ਭਰੋਸਾ ਦਿਵਾ ਰਹੇ ਸੀ। ਤਾਂ ਸਾਡਾ ਆਨਸਰ ਹੋਊਗਾ ਵੀ ਇੱਥੇ ਜੋ ਹਿਮ ਜੋ ਯੂਜ਼ ਹੋਇਆ ਹੈ ਉਹ ਉਹਦਾ ਮੀਨਿੰਗ ਹੈ ਇਹ ਜੋ ਸੀ ਦੇ ਵਿੱਚ ਜਿਹੜਾ ਆਪਸ਼ਨ ਹੈ ਮਿਲਖਾ ਸਿੰਘ। ਤਾਂ ਮਿਲਖਾ ਸਿੰਘ ਜੋ ਹੈ ਸਹੀ ਆਨਸਰ ਹੈ। ਹਾਂਜੀ, ਸੈਕਸ਼ਨ ਬੀ ਹੈ ਹੁਣ। ਸੈਕਸ਼ਨ ਏ ਸਾਡਾ ਹੋ ਗਿਆ ਹੈ। ਸੈਕਸ਼ਨ ਏ ਸਾਡਾ ਜੋ ਹੈ ਇਹ ਤੁਸੀਂ ਦੇਖ ਸਕਦੇ ਹੋ 5 ਮਲਟੀਪਲਾਈਡ ਬਾਈ 2 ਇਜ਼ ਇਕੁਅਲ ਟੂ 10, ਯਾਨੀ ਕਿ 10 ਨੰਬਰਾਂ ਦਾ ਸੀ ਸਾਡਾ ਜੋ ਸੈਕਸ਼ਨ ਏ ਸੀ, ਠੀਕ ਹੈ। ਇਸ ਦੇ ਵਿੱਚ ਅਸੀਂ ਇੱਕ ਪੈਸੇਜ ਨੂੰ ਰੀਡ ਕਰਕੇ ਕੁਐਸਚਨਸ ਦੇ ਆਨਸਰਸ ਦੇਣੇ ਸੀ, ਉਹ ਅਸੀਂ ਦੇ ਦਿੱਤੇ ਹੈ। ਤਾਂ ਸੈਕਸ਼ਨ ਏ ਦੇ ਨਾਲ ਸਾਡੇ 10 ਨੰਬਰ ਜੋ ਹੈ ਇੱਕ ਤਰ੍ਹਾਂ ਦੇ ਸਾਡੇ ਬਣ ਚੁੱਕੇ ਹੈ। ਅਸੀਂ ਇਹ ਮੋਡਲ ਟੈਸਟ ਪੇਪਰ ਕਰ ਰਹੇ ਹਾਂ, ਵੀ ਇੱਕ ਤਰ੍ਹਾਂ ਦਾ ਨਮੂਨਾ ਹੁੰਦਾ ਵੀ ਇੱਦਾਂ ਦਾ ਜੋ ਹੈ ਤੁਹਾਡਾ ਜੋ ਫਾਈਨਲ ਪੇਪਰ ਜੋ ਹੈ ਇਸ ਫਾਰਮ ਦੇ ਵਿੱਚ ਆਉਣਾ ਹੈ, ਠੀਕ ਹੈ। ਇਹ ਫਾਈਨਲ ਪੇਪਰ ਨਹੀਂ ਹੈ ਤੁਹਾਡਾ, ਮੈਂ ਪਹਿਲਾਂ ਦੱਸਦਾ। ਇਹ ਜੋ ਹੈ ਸਿਰਫ ਇੱਕ ਬੱਚਿਆਂ ਨੂੰ ਇੱਕ ਹਿੰਟ ਦਿੱਤਾ ਜਾਂਦਾ ਹੈ ਵੀ ਤੁਹਾਡਾ ਫਾਈਨਲ ਜੋ ਐਗਜ਼ਾਮ ਆਉਣਾ ਹੈ ਉਹ ਇੱਦਾਂ ਦਾ ਆਉਣਾ ਹੈ ਵੀ ਤੁਸੀਂ ਆਪਣੀ ਪ੍ਰੀਪਰੇਸ਼ਨ ਜੋ ਹੈ ਤੁਸੀਂ ਇਸ ਦੇ ਅਕੋਰਡਿੰਗ ਕਰਨੀ ਹੈ, ਠੀਕ ਹੈ। ਇਹ ਤੁਹਾਡਾ ਫਾਈਨਲ ਐਗਜ਼ਾਮ ਨਹੀਂ ਹੈ, ਇਹ ਜੋ ਹੈ ਸਿਰਫ ਇੱਕ ਨਮੂਨਾ ਹੈ ਫਾਈਨਲ ਐਗਜ਼ਾਮ ਦਾ, ਵੀ ਤੁਹਾਡਾ ਫਾਈਨਲ ਐਗਜ਼ਾਮ ਇੱਦਾਂ ਦਾ ਆ ਸਕਦਾ ਹੈ। ਹਾਂਜੀ, ਸੈਕਸ਼ਨ ਬੀ ਹੈ, ਇਹ ਜੋ ਹੈ ਸਾਡਾ 6 ਮਾਰਕਸ ਦਾ ਹੈ। ਇਹਦੇ ਵਿੱਚ ਸਾਡੇ ਕੋਲ ਜੋ ਹੈ 3 ਕੁਐਸਚਨਸ ਨੇ, ਤੇ ਹਰ ਇੱਕ ਕੁਐਸਚਨ ਦਾ ਜੋ ਹੈ ਮਤਲਬ 2 ਨੰਬਰ ਨੇ। 2 ਮਾਰਕਸ ਦਾ ਇੱਕ ਕੁਐਸਚਨ ਹੈ, 3 ਮਲਟੀਪਲਾਈਡ ਬਾਈ 2 ਇਕੁਅਲ ਟੂ 6। ਤਾਂ ਇਹਦੇ ਵਿੱਚ ਸਾਨੂੰ ਜੋ ਹੈ ਰੀਡ ਕਰਨਾ ਹੈ ਤੇ ਆਨਸਰ ਕਰਨਾ ਹੈ। ਹਾਂਜੀ, ਤੁਸੀਂ ਦੇਖ ਸਕਦੇ ਹੋ ਸਿਟੀ ਜੂ
ਜੂ ਕੀ ਹੁੰਦਾ ਹੈ? ਚਿੜੀਆ ਘਰ ਹੁੰਦਾ ਹੈ, ਠੀਕ ਹੈ। ਸਿਟੀ ਜੂ ਵੀ ਸ਼ਹਿਰ ਦਾ ਚਿੜੀਆ ਘਰ ਹੋ ਗਿਆ। ਕਮ ਐਂਡ ਇੰਜੋਏ, ਕਮ यानी कि आओ, ਇੰਜੋਏ यानी कि अपना ਮौज ਮਸਤੀ ਕਰੋ, ਠੀਕ ਹੈ, ਆਪਣਾ ਇੰਜੋਏ ਕਰੋ। ਤੇ ਮਤਲਬ ਜੋ ਜਾਨਵਰ ਨੇ ਉਹਨਾਂ ਨੂੰ ਆਪਸ ਦੇ ਵਿੱਚ ਮਤਲਬ ਜੋ ਖੇਡਦੇ ਪਏ ਨੇ ਜਾਨਵਰ ਜਾਂ ਜੋ ਵੀ ਉਹ ਕੁਝ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਜੋ ਹੈ ਤੁਸੀਂ ਇੰਜੋਏ ਕਰੋ। ਹਾਂਜੀ, ਤਾਂ ਇਹ ਜੋ ਸ਼ਹਿਰ ਦਾ ਜੋ ਚਿੜੀਆ ਘਰ ਹੈ यानी कि ਸਿਟੀ ਜੂ ਹੈ, ਇਹਦੀ ਜੋ ਟਾਈਮਿੰਗ ਹੈ ਜ਼ਰਾ ਧਿਆਨ ਨਾਲ ਇਸ ਨੂੰ ਜੋ ਹੈ ਰੀਡ ਕਰਨਾ। ਮੰਡੇ ਟੂ ਸੈਟਰਡੇ यानी कि ਸੋਮਵਾਰ ਤੋਂ शनिचरवार यानी कि शनिवार तक, ठीक है। ਇਹਦੀ ਜੋ ਟਾਈਮਿੰਗ ਹੈ ਉਹ ਹੈ 9 AM। AM ਦਾ ਮੀਨਿੰਗ ਕੀ ਹੁੰਦਾ ਹੈ? ਵੀ ਜੋ ਸਵੇਰ ਦਾ ਟਾਈਮ ਹੈ यानी कि ਸਵੇਰ ਦੇ 9 ਵਜੇ ਤੋਂ ਤੇ 8:30 PM ਹੈ यानी कि ਰਾਤ ਦੇ ਜੋ 8:30 ਨੇ, ਠੀਕ ਹੈ। ਸਵੇਰ ਦੇ 9 ਵਜੇ ਤੋਂ 9 AM ਤੋਂ ਰਾਤ ਦੇ 8:30 ਤੱਕ ਇਹ ਜੋ ਸਿਟੀ ਜੂ ਹੈ ਇਹ ਜੋ ਹੈ ਓਪਨ ਰਹਿੰਦਾ ਹੈ ਤੇ ਇਸ ਤੋਂ ਬਾਅਦ ਇਹ ਕਲੋਜ਼ ਹੋ ਜਾਂਦਾ ਹੈ ਤੇ ਸੰਡੇ ਵਾਲੇ ਦਿਨ ਇਹ ਕਲੋਜ਼ਡ ਰਹਿੰਦਾ ਹੈ यानी कि ਬੰਦ ਰਹਿੰਦਾ ਹੈ। ਹਾਂਜੀ, ਤਾਂ ਚਲੋ ਜੀ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 6 ਹੈ ਔਨ ਵਿਚ ਡੇ ਵਿਲ ਦਾ ਜ਼ੂ ਰਿਮੇਨਸ ਕਲੋਜ਼ਡ। ਤਾਂ ਸਿੰਪਲ ਜਿਹਾ ਇਹਦਾ ਜੋ ਹੈ ਆਨਸਰ ਹੈ, ਦੇਖੋ। ਹਾਂਜੀ, ਇਹਨਾਂ ਨੇ ਸਾਨੂੰ ਕਿਹਾ ਹੈ ਕੁਐਸਚਨ ਨੰਬਰ 6 ਦੇ ਵਿੱਚ ਔਨ ਵਿਚ ਡੇ ਵਿਲ ਦਾ ਜ਼ੂ ਰਿਮੇਨਸ ਕਲੋਜ਼ਡ, ਵੀ ਕਿਹੜੇ ਦਿਨ ਜੋ ਹੈ ਇਹ ਜੋ ਜ਼ੂ ਹੈ ਜੋ ਚਿੜੀਆ ਘਰ ਹੈ ਉਹ ਬੰਦ ਰਹਿੰਦਾ ਹੈ, ਕਲੋਜ਼ਡ ਰਹਿੰਦਾ ਹੈ। ਤਾਂ ਸਾਨੂੰ ਇਹ ਮੈਂਸ਼ਨ ਕੀਤਾ ਗਿਆ ਹੈ ਵੀ ਸੰਡੇ ਵਾਲੇ ਦਿਨ, ਠੀਕ ਹੈ। ਇਹ ਤੁਸੀਂ ਦੇਖ ਸਕਦੇ ਹੋ ਵੀ ਸਾਨੂੰ ਜੋ ਹੈ ਇਹਨਾਂ ਨੇ ਲਿਖ ਕੇ ਜੋ ਹੈ ਦੱਸਿਆ ਹੈ ਵੀ ਸੰਡੇ ਵਾਲੇ ਦਿਨ ਜੋ ਜੋ ਜ਼ੂ ਹੈ ਉਹ ਜੋ ਹੈ ਕਲੋਜ਼ਡ यानी कि ਬੰਦ ਰਹਿੰਦਾ ਹੈ। ਤਾਂ ਸਾਡਾ ਆਨਸਰ ਹੋਊਗਾ ਸੰਡੇ। ਜੋ ਜ਼ੂ ਹੈ ਉਹ ਸੰਡੇ ਨੂੰ ਕਲੋਜ਼ਡ यानी कि ਬੰਦ ਰਹਿੰਦਾ ਹੈ। ਹਾਂਜੀ, ਕੁਐਸਚਨ ਨੰਬਰ 7 ਹੈ ਐਟ ਵਟ ਟਾਈਮ ਵਿਲ ਦਾ ਜ਼ੂ ਓਪਨ ਔਨ ਥਰਸਡੇ। ਇਹਨਾਂ ਨੇ ਸਾਨੂੰ ਇਹ ਪੁੱਛਿਆ ਹੈ ਵੀ ਵੀਰਵਾਰ ਨੂੰ ਥਰਸਡੇ ਨੂੰ ਜੋ ਜ਼ੂ ਹੈ ਉਹ ਕਿਸ ਟਾਈਮ ਤੇ ਜੋ ਹੈ ਓਪਨ यानी कि ਖੁੱਲਦਾ ਹੈ, ਠੀਕ ਹੈ। ਇਹਨਾਂ ਨੇ ਸਾਡੇ ਕੋਲ ਖੁੱਲਣ ਦੀ ਟਾਈਮਿੰਗ ਪੁੱਛੀ ਹੈ। ਇਸ ਗੱਲ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰਨਾ। ਓਪਨ ਹੈ, ਠੀਕ ਹੈ। ਓਪਨ ਦਾ ਮੀਨਿੰਗ ਹੁੰਦਾ ਹੈ ਵੀ ਖੁੱਲਣ ਦਾ ਟਾਈਮਿੰਗ ਕੀ ਹੈ ਵੀਰਵਾਰ ਨੂੰ ਥਰਸਡੇ ਨੂੰ। ਤੇ ਦੇਖੋ ਇੱਥੇ ਸਾਨੂੰ ਜੋ ਟਾਈਮਿੰਗ ਗਿਵਨ ਸੀ ਮੰਡੇ ਟੂ ਸੈਟਰਡੇ ਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਜੋ ਟਾਈਮਿੰਗ ਸਾਨੂੰ ਗਿਵਨ ਸੀ ਉਸ ਦੇ ਵਿੱਚ ਸਾਨੂੰ ਕੀ ਗਿਵਨ ਸੀ 9 AM to 8:30 PM यानी कि ਸੋਮਵਾਰ ਤੋਂ ਸ਼ਨੀਵਾਰ ਤੱਕ ਜੋ ਸਿਟੀ ਜੂ ਹੈ ਉਹ ਸਵੇਰੇ 9 ਵਜੇ ਤੋਂ ਸ਼ਾਮ ਦੇ ਕਹਿ ਲਓ ਜਾਂ ਰਾਤ ਦੇ 8:30 ਵਜੇ ਤੱਕ ਜੋ ਹੈ ਉਹ ਖੁੱਲਾ ਰਹਿੰਦਾ ਹੈ, ਠੀਕ ਹੈ। ਤੇ 8:30 ਤੋਂ ਬਾਅਦ ਉਹ ਜੋ ਹੈ ਬੰਦ ਹੋ ਜਾਂਦਾ ਹੈ। ਤੇ ਖੁੱਲਦਾ ਕਿੰਨੇ ਵਜੇ ਹੈ ਸਾਨੂੰ ਓਪਨ ਦਾ ਦੇਖਣਾ ਹੈ, ਖੁੱਲਣ ਦਾ ਦੇਖਣਾ ਹੈ, ਠੀਕ ਹੈ। ਖੁੱਲਦਾ ਕਿੰਨੇ ਵਜੇ ਹੈ 9 AM, ਠੀਕ ਹੈ, 9 ਵਜੇ ਸਵੇਰੇ। ਤਾਂ ਮੰਡੇ ਟੂ ਸੈਟਰਡੇ ਸੋਮਵਾਰ ਤੋਂ ਸ਼ਨੀਵਾਰ ਦੇ ਵਿਚਕਾਰ ਹੀ ਥਰਸਡੇ ਆਊਗਾ, ਠੀਕ ਹੈ। ਤੇ ਥਰਸਡੇ ਦੇਖੋ ਇਹਨਾਂ ਨੇ ਸੋਮਵਾਰ ਤੋਂ ਸੈਟਰਡੇ यानी कि ਸ਼ਨੀਵਾਰ ਤੱਕ ਸਾਨੂੰ ਟਾਈਮਿੰਗ ਦੇ ਰੱਖੀ ਹੈ। ਇਟ ਮੀਨਸ ਕਿ ਥਰਸਡੇ ਦੀ ਜੋ ਟਾਈਮਿੰਗ ਹੈ ਓਪਨ ਕਰਨ ਦੀ ਸਿਟੀ ਜੂ ਨੂੰ, ਠੀਕ ਹੈ, ਵੀ ਜੂ ਦੇ ਖੁੱਲਣ ਦੀ ਜੋ ਟਾਈਮਿੰਗ ਹੋਏਗੀ ਵੀਰਵਾਰ ਨੂੰ ਥਰਸਡੇ ਨੂੰ ਉਹ ਵੀ ਜੋ ਹੈ ਤੁਹਾਡੀ 9 AM ਹੀ ਹੋਊਗੀ। ਹਾਂਜੀ, ਤਾਂ ਤੁਹਾਡਾ ਆਨਸਰ ਹੋਊਗਾ 9 AM। ਇਹਨਾਂ ਨੇ ਸਾਡੇ ਕੋਲ ਕੁਐਸਚਨ ਪੁੱਛਿਆ ਸੀ ਐਟ ਵਟ ਟਾਈਮ ਵਿਲ ਦਾ ਜ਼ੂ ਓਪਨ ਔਨ ਥਰਸਡੇ, ਵੀ ਥਰਸਡੇ ਨੂੰ ਜੋ ਹੈ ਜ਼ੂ ਕਿਸ ਟਾਈਮ ਤੇ ਜੋ ਹੈ ਓਪਨ ਹੁੰਦਾ ਹੈ। ਤਾਂ ਅਸੀਂ ਆਨਸਰ ਲਿਖਾਂਗੇ 9 AM, ਵੀ 9 ਵਜੇ ਸਵੇਰੇ ਜੋ ਹੈ ਵੀਰਵਾਰ ਨੂੰ ਜੂ ਜੋ ਹੈ ਓਪਨ ਹੁੰਦਾ ਹੈ। ਹਾਂਜੀ, ਕੁਐਸਚਨ ਨੰਬਰ 8 ਹੈ ਫॉर ਹਾਊ ਮੈਨੀ ਡੇਜ਼ ਵਿਲ ਦਾ ਜ਼ੂ ਰਿਮੇਨ ਓਪਨ। ਜ਼ਰਾ ਧਿਆਨ ਨਾਲ ਇਸ ਕੁਐਸਚਨ ਨੂੰ ਸਮਝਣਾ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਕਿੰਨੇ ਦਿਨਾਂ ਵਾਸਤੇ ਜੋ ਜ਼ੂ ਹੈ ਉਹ ਜੋ ਹੈ ਓਪਨ यानी कि ਖੁੱਲਾ ਰਹਿੰਦਾ ਹੈ। ਤਾਂ ਦੇਖੋ ਸਾਨੂੰ ਕੀ ਦੱਸਿਆ ਹੈ ਫਿਗਰ ਦੇ ਵਿੱਚ ਮੰਡੇ ਟੂ ਸੈਟਰਡੇ ਜੋ ਸੰਡੇ ਹੈ ਉਸ ਦਿਨ ਕਲੋਜ਼ਡ ਹੁੰਦਾ ਹੈ यानी कि ਬੰਦ ਹੁੰਦਾ ਹੈ। ਤੇ 1 ਵੀਕ यानी कि ਇੱਕ ਹਫਤੇ ਦੇ ਦੌਰਾਨ ਕਿੰਨੇ ਦਿਨ ਹੁੰਦੇ ਨੇ 7 ਦਿਨ ਹੁੰਦੇ ਨੇ 7 ਡੇਜ਼ ਹੁੰਦੇ ਨੇ। 7 ਡੇਜ਼ ਦੇ ਵਿੱਚੋਂ ਸੰਡੇ ਨੂੰ ਕਲੋਜ਼ ਹੋ ਗਿਆ यानी कि 6 ਡੇਜ਼ ਮੰਡੇ ਟਿਊਜ਼ਡੇ ਵੈਡਨਸਡੇ ਇਸ ਨੂੰ ਕਿ ਆਪਾਂ ਵੈਨਸਡੇ ਵੀ ਕਹਿੰਦੇ ਹਾਂ ਥਰਸਡੇ ਫਰਾਈਡੇ ਸੈਟਰਡੇ यानी कि 6 ਡੇਜ਼ ਜੋ ਹੈ ਜੋ ਜ਼ੂ ਹੈ ਉਹ ਜੋ ਹੈ ਓਪਨ ਰਹਿੰਦਾ ਹੈ। ਫॉर ਹਾਊ ਮੈਨੀ ਡੇਜ਼ ਵਿਲ ਦਾ ਜ਼ੂ ਰਿਮੇਨ ਓਪਨ। ਤਾਂ ਇਹਦਾ ਅਸੀਂ ਆਨਸਰ ਲਿਖਾਂਗੇ 6 ਡੇਜ਼ यानी कि 6 ਦਿਨ ਜੋ ਹੈ ਜੋ ਜ਼ੂ ਹੈ ਉਹ ਓਪਨ यानी कि ਖੁੱਲਾ ਰਹਿੰਦਾ ਹੈ। 6 ਜੋ ਹੈ यानी कि जो ऑप्शन डी है वो ਇਹਦਾ ਰਾਈਟ ਆਨਸਰ ਹੈ।
हाँ जी, ਆਨਸਰ ਦਾ ਫੋਲੋਇੰਗ ਕੁਐਸਚਨਸ। ਹੁਣ ਨੀਚੇ ਜੋ ਹੈ ਅਸੀਂ क्वेश्चन नंबर 9 ਤੋਂ क्वेश्चन नंबर 20 ਤੱਕ ਜੋ ਹੈ ਜੋ ਕੁਐਸਚਨਸ ਕਰਨੇ ਹੈ ਉਹ ਵੀ ਜੋ ਹੈ 2 ਮਾਰਕਸ ਦੇ ਹੈ। ਤੇ ਇਹ ਜੋ ਹੈ 12 ਯਾਨੀ ਕਿ 12 ਕੁਐਸਚਨਸ ਹੋਣਗੇ ਤੇ 12 दूनी यानी कि 12 ਟੂਜ਼ ਦਾ ਇਹ ਹੋ ਜਾਏਗਾ 24 यानी कि 24 यानी कि 24 ਨੰਬਰਾਂ ਦਾ ਹੁਣ ਅਸੀਂ ਜੋ ਹੈ ਜੋ ਐਗਜ਼ਾਮ ਹੈ ਉਹ ਅੱਗੇ ਅਸੀਂ ਅਟੈਂਪਟ ਕਰਨਾ ਹੈ। ਤਾਂ ਚਲੋ ਜੀ ਸਟਾਰਟ ਕਰਦੇ ਹਾਂ। Answer the following questions. Question number 9. Choose the correct option. The stars are shining dash the sky. ਤੇ options ਸਾਡੇ ਕੋਲ ਹੈ at, on, in, for. ਦੇਖੋ prepositions ਅਸੀਂ ਕੀਤੀਆਂ ਸੀ ਤਾਂ preposition ਦੇ ਵਿੱਚ ਦੇਖੋ ਇੱਥੇ ਜੋ preposition ਆਏਗੀ ਉਹ ਹੈ in. The stars are shining in the sky. जो ਸਟਾਰਸ ਨੇ ਯਾਨੀ ਕਿ ਜੋ ਤਾਰੇ ਨੇ ਠੀਕ ਹੈ ਉਹ ਜੋ ਹੈ ਸ਼ਾਈਨ ਹੁੰਦਾ ਹੈ ਚਮਕਣਾ ਤੇ ਸਕਾਈ ਹੋ ਗਿਆ ਅਸਮਾਨ ਠੀਕ ਹੈ। ਤੇ ਅਸਮਾਨ ਦੇ ਵਿੱਚ ਦੇਖੋ ਮੈਂ ਵਰਡ ਯੂਜ਼ ਕਰ ਰਿਹਾ ਵਿੱਚ ਠੀਕ ਹੈ। ਤਾਂ ਇੱਥੇ ਜੋ ਵਿੱਚ ਹੈ ਨਾ ਉਸ ਨੂੰ ਜੋ ਆਪਸ਼ਨ ਸੀ ਤੇ ਇਨ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਠੀਕ ਹੈ। ਜੋ ਇਹ ਐਟ ਹੁੰਦਾ ਹੈ ਉਸ ਦਾ ਮੀਨਿੰਗ ਹੁੰਦਾ ਹੈ ਵੀ ਕਿਸੇ ਚੀਜ਼ ਦੇ ਉੱਪਰ ਜਾਂ ਕਿਸੇ ਚੀਜ਼ ਇਸ ਨੂੰ ਆਪਾਂ ਪਰ ਵੀ ਕਹਿੰਦੇ ਹਾਂ ਉੱਪਰ ਵੀ ਕਹਿੰਦੇ ਹਾਂ। ਔਨ ਹੁੰਦਾ ਹੈ ਵੀ ਇਹ ਵੀ ਜੋ ਹੈ ਕਿਸੇ ਚੀਜ਼ ਦੇ ਉੱਪਰ ਹੋ ਗਿਆ ਜਾਂ ਪਰ ਹੋ ਗਿਆ। ਫੋਰ ਹੁੰਦਾ ਹੈ ਵੀ ਕਿਸੇ ਚੀਜ਼ ਦੇ ਵਾਸਤੇ ਠੀਕ ਹੈ। ਤੇ ਅਸੀਂ ਇੱਥੇ ਵਿੱਚ ਯਾਨੀ ਕਿ ਮੈਂ ਇੱਥੇ WHICH ਵਾਲਾ ਵਿੱਚ ਨਹੀਂ ਕਹਿ ਰਿਹਾ, ਮੈਂ ਇੱਥੇ ਪੰਜਾਬੀ ਵਾਲਾ ਵਿੱਚ ਕਹਿ ਰਿਹਾ ਹਾਂ। ਮੈਂ ਲਿਖ ਕੇ ਦਿਖਾ ਦਿੰਦਾ, ਇਹ ਵਾਲਾ ਮੈਂ ਵਿੱਚ ਕਹਿ ਰਿਹਾ ਤੁਹਾਨੂੰ ਠੀਕ ਹੈ। ਹਾਂਜੀ, ਤਾਂ ਜੋ ਸਟਾਰਸ ਨੇ ਯਾਨੀ ਕਿ ਜੋ ਤਾਰੇ ਨੇ ਉਹ ਜੋ ਹੈ ਅਸਮਾਨ ਦੇ ਵਿੱਚ ਯਾਨੀ ਕਿ ਸਕਾਈ ਦੇ ਵਿੱਚ ਚਮਕ ਰਹੇ ਨੇ ਠੀਕ ਹੈ। ਅਸਮਾਨ ਦੇ ਵਿੱਚ ਤਾਂ ਵਿੱਚ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਇਨ ਠੀਕ ਹੈ। ਵਰਡ ਮਤਲਬ ਕਿ ਪ੍ਰੈਪੋਜੀਸ਼ਨ ਅਸੀਂ ਯੂਜ਼ ਕਰਦੇ ਹਾਂ। ਇਨ ਕੀ ਹੈ? ਪ੍ਰੈਪੋਜੀਸ਼ਨ ਹੈ ਠੀਕ ਹੈ। ਤਾਂ ਇਸ ਨੂੰ ਪੰਜਾਬੀ ਦੇ ਵਿੱਚ ਪੰਜਾਬੀ ਗ੍ਰਾਮਰ ਦੇ ਵਿੱਚ ਅਸੀਂ ਸੰਬੰਧ ਸੂਚਕ ਦੇ ਤੌਰ ਤੇ ਵੀ ਅਸੀਂ ਜੋ ਹੈ ਪੜ੍ਹਦੇ ਹੁੰਦੇ ਹਾਂ। ਸੰਬੰਧ ਸੂਚਕ ਕਹਿ ਲਓ ਜਾਂ ਪ੍ਰੈਪੋਜੀਸ਼ਨ ਕਹਿ ਲਓ ਇੰਗਲਿਸ਼ ਦੇ ਵਿੱਚ, ਇੰਗਲਿਸ਼ ਗ੍ਰਾਮਰ ਦੇ ਵਿੱਚ। ਤਾਂ ਇੱਥੇ ਜੋ ਹੈ ਇਨ ਜੋ ਹੈ ਤੁਹਾਡਾ ਰਾਈਟ ਆਨਸਰ ਹੈ। ਦ ਸਟਾਰਸ ਆਰ ਸ਼ਾਈਨਿੰਗ ਇਨ ਦ ਸਕਾਈ। ਜੋ ਐਗਜ਼ੈਕਟ ਪ੍ਰੈਪੋਜੀਸ਼ਨ ਹੈ ਉਹ ਹੈ ਇਨ ਤੇ ਇਨ ਦਾ ਮੀਨਿੰਗ ਕੀ ਹੁੰਦਾ ਹੈ? ਵਿੱਚ ਠੀਕ ਹੈ। ਪੰਜਾਬੀ ਦੇ ਵਿੱਚ ਅਸੀਂ ਇਨ ਨੂੰ ਵਿੱਚ ਕਹਿੰਦੇ ਹਾਂ। ਅਸਮਾਨ ਦੇ ਵਿੱਚ ਜੋ ਸਟਾਰਸ ਨੇ ਤਾਰੇ ਨੇ ਉਹ ਜੋ ਹੈ ਚਮਕ ਰਹੇ ਨੇ। ਹਾਂਜੀ, ਕੁਐਸਚਨ ਨੰਬਰ 10 ਹੈ ਚੂਜ਼ ਦਾ ਕਰੈਕਟ ਆਪਸ਼ਨ। ਦਾ ਆਪੋਜ਼ਿਟ ਆਫ ਹੋਲ ਇਜ਼ ਡੈਸ਼। ਦੇਖੋ ਜੋ ਇੱਥੇ ਵਰਡ ਯੂਜ਼ ਹੋਇਆ ਹੈ ਹੋਲ, WHOLE ਹੋਲ, ਇਹਦਾ ਮੀਨਿੰਗ ਹੁੰਦਾ ਹੈ ਸੰਪੂਰਨ। ਸੰਪੂਰਨ ਕਹਿ ਲਓ ਜਾਂ ਫਿਰ ਅਗਰ ਮੈਂ ਸਿੰਪਲ ਜੀ ਭਾਸ਼ਾ 'ਚ ਕਹਾਂ ਇਸ ਨੂੰ ਅਸੀਂ ਪੂਰਾ ਵੀ ਕਹਿ ਸਕਦੇ ਹਾਂ। ਵੀ ਅਗਰ ਕੋਈ ਚੀਜ਼ ਪੂਰੀ ਹੈ ਠੀਕ ਹੈ ਉਸ ਨੂੰ ਅਸੀਂ ਹੋਲ ਕਹਿੰਦੇ ਹਾਂ। ਕੋਈ ਚੀਜ਼ ਸੰਪੂਰਨ ਹੈ ਵੀ ਉਸ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਨਹੀਂ ਹੈ ਤਾਂ ਉਸ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਹੋਲ। ਹੋਲ ਮੀਨਸ ਵੀ ਕੰਪਲੀਟ ਹੋ ਗਿਆ। ਇਹਨਾਂ ਨੇ ਸਾਨੂੰ ਕੀ ਕਿਹਾ ਹੈ? ਓਪੋਜ਼ਿਟ। ਜ਼ਰਾ ਧਿਆਨ ਨਾਲ ਦੇਖਣਾ, ਇਹਨਾਂ ਨੇ ਸਾਨੂੰ ਕਿਹਾ ਹੈ ਓਪੋਜ਼ਿਟ। ਓਪੋਜ਼ਿਟ ਕੀ ਹੁੰਦਾ ਹੈ? ਵੀ ਅਸੀਂ ਉਸ ਦਾ ਉਲਟ ਦੱਸਣਾ ਹੈ ਵੀ ਬਿਲਕੁਲ ਹੀ ਜੋ ਉਸ ਦੇ ਉਲਟ ਹੋਏ। ਜਿਹੜਾ ਇਹ ਵਰਡ ਹੈ ਕੰਪਲੀਟ ਤੇ ਜਿਹੜਾ ਇਹ ਵਰਡ ਹੈ 올, 올 ਦਾ ਮੀਨਿੰਗ ਕੀ ਹੁੰਦਾ ਹੈ ਜਾਂ ਆਲ ਦਾ ਮੀਨਿੰਗ ਕੀ ਹੁੰਦਾ ਹੈ? ਸਾਰੇ। ਕੰਪਲੀਟ ਦਾ ਮੀਨਿੰਗ ਵੀ ਕੀ ਹੁੰਦਾ ਹੈ? ਵੀ ਇਸ ਦੇ ਵਿੱਚ ਕੰਪਲੀਟ ਹੋ ਗਿਆ ਹੈ ਯਾਨੀ ਕਿ ਸੰਪੂਰਨ ਹੋ ਗਿਆ ਹੈ ਜਾਂ ਪੂਰਾ ਹੋ ਗਿਆ ਹੈ। ਤਾਂ ਜੋ ਕੰਪਲੀਟ ਹੈ ਔਰ ਜੋ 올 ਹੈ ਇਹ ਤਾਂ ਹੋਲ ਦੇ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਇਹ ਤਾਂ ਹੋਲ ਦਾ ਦੂਜਾ ਮੀਨਿੰਗ ਹੈ ਠੀਕ ਹੈ। ਓਪੋਜ਼ਿਟ ਨਹੀਂ ਹੈ। ਓਪੋਜ਼ਿਟ ਹੁੰਦਾ ਹੈ ਉਲਟਾ ਮੀਨਿੰਗ, ਵੀ ਹੋਲ ਦਾ ਅਸੀਂ ਉਲਟਾ ਮੀਨਿੰਗ ਜੋ ਹੈ ਦੱਸਣਾ ਹੈ ਠੀਕ ਹੈ। ਤਾਂ ਕੰਪਲੀਟ ਔਰ 올 ਇਹ ਤਾਂ ਹੋਲ ਨੂੰ ਹੀ ਜੋ ਹੈ ਰਿਪਰੈਜ਼ੈਂਟ ਕਰਦੇ ਹੈ ਤਾਂ ਇਹ ਤਾਂ ਹੋ ਹੀ ਨਹੀਂ ਸਕਦੇ ਠੀਕ ਹੈ। ਹੁਣ ਸਾਡੇ ਕੋਲ ਦੋ ਹੀ ਆਪਸ਼ਨਸ ਰਹਿ ਗਏ ਹੈ। ਇੱਕ ਤਾਂ HOLE ਹੋਲ ਹੈ ਤੇ ਇੱਕ ਸਾਡੇ ਕੋਲ ਜੋ ਹੈ PART ਹੈ। ਇਹ ਜਿਹੜਾ HOLE ਹੈ ਨਾ ਇਸ ਨੂੰ ਤੁਸੀਂ ਇੱਦਾਂ ਸਮਝ ਲਓ ਵੀ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਮੋਰੀ ਵੀ ਕਹਿ ਸਕਦੇ ਹਾਂ ਜਾਂ ਛੇਦ ਵੀ ਕਹਿ ਸਕਦੇ ਹਾਂ ਠੀਕ ਹੈ। ਵੀ ਕਿਸੇ ਜਗ੍ਹਾ ਤੇ ਅਗਰ ਕੋਈ ਛੇਦ ਹੈ ਠੀਕ ਹੈ ਉਸ ਨੂੰ ਅਸੀਂ ਹੋਲ ਕਹਿੰਦੇ ਹਾਂ ਠੀਕ ਹੈ। ਛੇਦ ਕਹਿ ਲਓ, ਛਿਦਰ ਕਹਿ ਲਓ ਜਾਂ ਮੋਰੀ ਕਹਿ ਲਓ ਠੀਕ ਹੈ। ਤਾਂ ਇਹ ਜੋ HOLE ਹੈ ਇਹ ਜੋ ਹੈ ਛੇਦ ਵਾਸਤੇ ਜਾਂ ਮੋਰੀ ਵਾਸਤੇ ਜੋ ਹੈ ਅਸੀਂ ਇਹ ਵਰਡ ਯੂਜ਼ ਕਰਦੇ ਹਾਂ HOLE। ਹਾਂਜੀ, ਹੁਣ ਇਹ ਜਿਹੜਾ ਵਰਡ ਹੈ ਪਾਰਟ ਠੀਕ ਹੈ। ਇਹ ਪਾਰਟ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦਾ ਟੁਕੜਾ ਕਹਿ ਲਓ ਜਾਂ ਕਿਸੇ ਚੀਜ਼ ਦਾ ਭਾਗ ਕਹਿ ਲਓ। ਦੇਖੋ ਮੈਂ ਨਾ ਤੁਹਾਨੂੰ ਸਮਝਾਉਣਾ, ਜਿਵੇਂ ਇਹ ਸਰਕਲ ਹੈ ਠੀਕ ਹੈ, ਇਹ ਇੱਕ ਗੋਲਾ ਹੈ ਤੇ ਇਸ ਗੋਲੇ ਦਾ ਅਗਰ ਮੈਂ ਇਹ ਇਤਨਾ ਜਿਹਾ ਪਾਰਟ ਲੈ ਰਿਹਾ ਹਾਂ ਇੱਕ ਮਿੰਟ ਦੇਖੋ,
ਮੰਨ ਲਓ ਕਿ ਇਹ ਜੋ ਹੈ ਇੱਕ ਗੋਲਾ ਹੈ, ਤੇ ਹਾਲੇ ਤਾਂ ਇਸ ਟਾਈਮ ਮੈਂ ਇਸ ਨੂੰ ਕਹਾਂਗਾ ਵੀ ਇਹ ਜੋ ਹੈ ਹੋਲ ਹੈ, यानी कि होल यानी कि ये जो है पूरा सर्कल है, ठीक है। ये होल का मीनिंग होता है पूरा या फिर संपूर्ण, ठीक है। तो इस टाइम ये जो गोला है वो जो है होल है, मीन्स कि पूरा है तो संपूर्ण है। अगर मैं इसका सिर्फ इतना जो है भाग ले रहा हाँ, टुकड़ा ले रहा हाँ, तो ये जो है ना, ये जो टुकड़ा है ये संपूर्ण नहीं है, ये जो है मतलब संपूर्ण मीन्स कि ये भाग मतलब ये पूरा नहीं है। तो सानू जो है ओपोजिट दसना सी होल ਦਾ ओपोजिट होएगा इत्थे पार्ट। जो ये सी ਦੇ ਉੱਪਰ ऑप्शन है ना पार्ट, ये ਤੁਹਾਡਾ सही आंसर है। पार्ट ਹੁੰਦਾ है भी एक टुकड़ा, ठीक है। टुकड़ा है मतलब कि वो पूरा नहीं है, तो होल जो है वो पूरा है। तो आई होप कि ਤੁਹਾਨੂੰ समझ आ गया होना है भी होल ਦਾ जो ओपोजिट है वो पार्ट है, क्योंकि होल दर्शाਉਂਦਾ है किसी चीज़ ਦੇ ਪੂਰੇ ਹੋਣ ਨੂੰ, ਤੇ जो पार्ट है वो किसी चीज़ ਦੇ अनकंप्लीट यानी कि सिर्फ उस चीज़ ਦਾ टुकड़ा है। जो पार्ट है वो सिर्फ उस चीज़ का टुकड़ा है, पूरा नहीं है। पूरा जो है वो होल है, WHOLE। तो इत्थे तुहाडा आंसर है जी जो ये सी दे विच ऑप्शन है पार्ट, ठीक है। द ओपोजिट ऑफ WHOLE होल इज पार्ट। हाँ जी, क्वेश्चन नंबर 11 है चूज द नेम फॉर बेबी ऑफ ए काउ हिडन इन द ग्रिड। देखो सानू ना नीचे एक ग्रिड यानी कि टेबल जा दिता होया है, तो ये विचों सानू देखो इन्होंने क्या है फॉर बेबी ऑफ ए काउ, जो गां हुंदी है उसका जो बच्चा हुंदा है, जिवें असीं उसनूं बछड़ा भी कह दिंदे हां, ठीक है। तो उसकी सानू इंग्लिश दसनी है, ठीक है, भी जो गां का जो बच्चा है उसनूं की किया जाता है। तो ये जो ग्रिड सानू दिती हुई है ना, इस दे विचों असीं ढूंढना है। देखो इस दे विच ना ये जो वर्ड आ रहा है CALF, ठीक है, इसनूं असीं काल्फ भी कहने आ ते काफ भी कहने आ। ये जो है गां दे बच्चे वास्ते इंग्लिश दे विच जो है वर्ड यूज़ किया जाता है। इत्थे इन्होंने सानू किया सी चूज द नेम फॉर बेबी ऑफ ए काउ हिडन इन द ग्रिड। हिडन मीनस कि इस टेबल दे विच या फिर इस ग्रिड दे विच, ग्रिड इसी नूं कहंदे हां, जो ये टेबल तुहाडे सामने है, जो है मतलब काउ दे फॉर बेबी दा, काउ यानी कि गां दे बच्चे का जो नाम है इस ग्रिड यानी कि टेबल दे विच छुपिया होया है, तो असी जो है उसनूं ढूंढना है यानी कि फाइंड आउट करना है। तो जो एग्जैक्ट आंसर है वो है CALF, ठीक है। इसनूं असी काफ भी कहने हाँ। तो जो गां का जो बच्चा हुंदा है जिसनूं कि असी बछड़ा भी कहने हाँ, ठीक है, तो उहदे वास्ते वर्ड यूज़ होंदा है काफ, CALF। तो साडा सही आंसर है जी ऑप्शन सी काफ। इत्थे तुसीं देख सकते हो CALF, ठीक है, काल्फ कह लो या काफ कह दो, क्योंकि एल जो है कई बार साइलेंट होता है। हाँ जी, तो इसका जो एग्जैक्ट आंसर है ऑप्शन सी काल्फ या काल्फ, काल्फ। क्वेश्चन नंबर 12 है चूज द ओड वन आउट। ਜਿਹੜਾ ओड वन आउट ਹੁੰਦਾ ਹੈ ਵੀ ਸਾਨੂੰ ਨਾ ਨੀਚੇ ਜਿਹੜੇ ਆਪਸ਼ਨਸ ਦਿੱਤੇ ਗਏ ਹੈ ਇਹਨਾਂ ਦੇ ਵਿੱਚੋਂ ਕੋਈ ਇੱਕ ਵਰਡ ਇਦਾਂ ਦਾ ਹੈ ਜੋ ਬਾਕੀ ਵਰਡਸ ਤੋਂ ਅਲੱਗ ਹੈ ਜਾਂ ਅੱਡ ਹੈ, ਠੀਕ ਹੈ। ਤਾਂ ਇਹਦਾ ਸਿੰਪਲ ਜਿਹਾ ਆਨਸਰ ਹੈ, ਦੇਖੋ ਜੋ ਇਹ ਰੇਨੀ ਹੈ ਇਹ ਨਾ ਇੱਕ ਸੀਜ਼ਨ ਹੁੰਦਾ ਹੈ। ਰੇਨੀ ਮੀਨਸ ਕਿ ਇੱਕ ਇਦਾਂ ਦਾ ਸੀਜ਼ਨ ਜਿਸ ਦੇ ਵਿੱਚ ਮੀਂਹ ਪੈਂਦਾ ਹੈ, ਠੀਕ ਹੈ। ਇਹ ਅਗਲਾ ਹੈ ਓਟਮਨ, ਠੀਕ ਹੈ। ਓਟਮਨ ਅਸੀਂ ये भी जो है एक सीज़न है जिहदे विच जो है वृक्षां दे यानी कि पेड़ां दे जो है पत्ते जो है वो झड़दे हुंदे हैं, ठीक है। समर जो है यानी कि गर्मी, ठीक है, ये भी जो है एक सीज़न हुंदा है। तो ये जो ए वाला ऑप्शन है, बी वाला ऑप्शन है तो डी वाला ऑप्शन है, ये तीनों जो है सीज़न नू यानी कि जो मौसम का जो एक सीज़न हुंदा है उस नू जो है रिप्रजेंट कर रहे हैं। रेनी भी जो है सीज़न हुंदा है जिहदे विच मींह पैंदा है, ओटमन जिहदे विच पत्ते झड़ते हैं, समर जिहदे विच गर्मी जो है पैंदी है। तो रेनी सीजन, ओटमन सीजन, समर सीजन। पर जिहड़ा ये कोल्ड है ना, एक कोल्ड देखो ये सीजन नहीं है। तुसीं कहोगे भी सर इस च ठंड पैंदी है, नहीं, उहदे वास्ते असीं वर्ड यूज़ करते हैं विंटर। तुहानूं याद होएगा असीं वर्ड यूज़ करते हैं विंटर सीजन, असीं कोल्ड सीजन वर्ड नहीं यूज़ करते, ठीक है। तो ये जो कोल्ड वर्ड है ना ये बाकी वर्ड्स तो डिफरेंट है क्योंकि बाकी वर्ड्स सीजन नू रिप्रेजेंट कर रहे हैं। जो रेनी है वो सीजन नू रिप्रेजेंट कर रहा है, ठीक है। जो ओटमन है वो भी सीजन नू रिप्रेजेंट कर रहा है, जो समर है वो भी सीजन नू रिप्रेजेंट कर रहा है। पर जिहड़ा ये कोल्ड है वो सीजन नू रिप्रेजेंट नहीं कर रहा क्योंकि सीजन होंदा है विंटर, जो सर्दियों का जो मौसम होंदा है उस वास्ते असीं वर्ड यूज़ करते हैं
ਵਿੰਟਰ ਸੀਜ਼ਨ। ਠੀਕ ਹੈ, ਤਾਂ ਸਾਡਾ ਸਹੀ ਆਨਸਰ ਹੋਊਗਾ, ਸਾਨੂੰ ਜੋ ਹੈ ਕਰਨਾ ਕੀ ਸੀ, ਦੇਖੋ ਚੂਜ਼ ਦਾ ਓਡ ਵਨ ਆਊਟ। ਇਹ ਜੋ ਓਡ ਵਨ ਆਊਟ ਹੈ ਨਾ, ਮਤਲਬ ਕਿ ਜੋ ਨੀਚੇ ਸਾਨੂੰ ਇਹ 4 ਆਪਸ਼ਨਸ ਦਿੱਤੇ ਗਏ ਨੇ, ਇਹਨਾਂ ਦੇ ਵਿੱਚੋਂ ਜਿਹੜਾ ਅੱਡ ਆਪਸ਼ਨ ਹੈ, ਜਿਹੜਾ ਅਲੱਗ ਹੀ ਨਜ਼ਰ ਆ ਰਿਹਾ ਹੈ, ਤਾਂ ਉਹ ਵਾਲਾ ਆਨਸਰ ਕਿਹੜਾ ਹੈ, ਕੋਲਡ। ਇਹ ਜੋ ਹੈ ਬਾਕੀਆਂ ਤੋਂ ਅਲੱਗ ਹੈ ਕਿਉਂਕਿ ਬਾਕੀ ਸੀਜ਼ਨਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤਾਂ ਸਾਡਾ ਸਹੀ ਆਨਸਰ ਹੋਊਗਾ ਕੋਲਡ, ਯਾਨੀ ਕਿ COLD, ਆਪਸ਼ਨ C। क्वेश्चन नंबर 13 है जी, चूज द वर्ड वेयर ਲੈਟਰ L इज नॉट ਸਾਇਲੈਂਟ। ਸਾਇਲੈਂਟ ਦਾ मीनिंग ਕੀ ਹੈ ਵੀ ਜਦੋਂ ਅਸੀਂ ਕਿਸੇ ਵਰਡ ਨੂੰ ਬੋਲਾਂਗੇ ਤਾਂ ਬੋਲਦੇ ਟਾਈਮ ਜੋ L ਹੈ ਉਹ ਜੋ ਹੈ ਸਾਇਲੈਂਟ ਮੀਨਸ ਕਿ ਉਹਦਾ ਜੋ ਸਾਊਂਡ ਹੈ ਉਹ ਜੋ ਹੈ ਸੁਣਾਈ ਦੇਵੇ। ਠੀਕ ਹੈ, ਦੇਖੋ ਜਿਹੜਾ ਇਹ ਵਰਡ ਹੈ ਨਾ ਪਹਿਲਾ, ਜਿਵੇਂ ਸਾਡੇ ਕੋਲ ਜੋ ਆਪਸ਼ਨ A ਹੈ, ਇਸ ਨੂੰ ਅਸੀਂ ਜਦੋਂ ਮਤਲਬ ਬੋਲਣਾ ਹੈ ਤਾਂ ਅਸੀਂ ਬੋਲਦੇ ਹੋਏ ਕਿ ਕਿਵੇਂ ਬੋਲਦੇ ਹਾਂ, ਵੈਸੇ ਤਾਂ ਇਸ ਦੇ ਵਿੱਚ ਜੋ ਸਪੈਲਿੰਗਸ ਦੇ ਵਿੱਚ ਜੋ L ਹੈ ਉਹ ਆ ਰਿਹਾ ਹੈ PALM। ਠੀਕ ਹੈ, ਇਸ ਨੂੰ ਕੁਝ ਬੱਚੇ ਕਹਿਣਗੇ ਇਹ ਹੈ ਪਾਲਮ, ਨਹੀਂ, ਇਸ ਨੂੰ ਪਾਲਮ ਨਹੀਂ ਕਿਹਾ ਜਾਂਦਾ ਹੈ, ਇਸ ਨੂੰ ਕਿਹਾ ਜਾਂਦਾ ਹੈ ਪਾਮ। ਠੀਕ ਹੈ, ਹਥੇਲੀ ਜਿਹੜੀ ਹੁੰਦੀ ਹੈ ਉਸ ਵਾਸਤੇ ਇਹ ਵਰਡ ਯੂਜ਼ ਹੁੰਦਾ ਹੈ ਪਾਮ। ਅਗਲਾ ਜੋ ਹੈ ਇਸ ਨੂੰ ਤੁਸੀਂ ਹਾਲਫ ਨਹੀਂ ਜੋ ਹੈ ਬੋਲਣਾ, ਇਹਨੂੰ ਬੋਲਿਆ ਜਾਂਦਾ ਹੈ ਹਾਫ। ਜੋ L ਹੈ ਉਹ ਜੋ ਹੈ ਬੋਲਿਆ ਨਹੀਂ ਜਾਂਦਾ, ਉਹ L ਜੋ ਹੈ ਉਹ ਸਾਇਲੈਂਟ ਹੈ। ਤੇ ਇਹ ਜੋ ਪਹਿਲੇ ਵਾਲਾ ਆਪਸ਼ਨ ਹੈ ਇਹਦੇ ਵਿੱਚ ਵੀ L ਜੋ ਹੈ ਉਹ ਸਾਇਲੈਂਟ ਹੈ, ਵੀ ਜਦੋਂ ਅਸੀਂ ਬੋਲਾਂਗੇ ਇਸ ਨੂੰ ਤਾਂ ਅਸੀਂ ਬੋਲਾਂਗੇ ਪਾਮ। ਅਗਲੇ ਵਾਲਾ ਜੋ ਹੈ ਉਸ ਦੇ ਵਿੱਚ ਅਸੀਂ ਬੋਲਾਂਗੇ ਹਾਫ। ਜੋ L ਹੈ ਉਹ ਸਾਇਲੈਂਟ ਹੈ, L ਦਾ ਜੋ ਸਾਊਂਡ ਹੈ ਉਹ ਅਸੀਂ ਨਹੀਂ ਬੋਲਦੇ ਹੁੰਦੇ। ਠੀਕ ਹੈ, ਤੇ ਇੱਦਾਂ ਹੀ ਜੋ ਇਹ ਹੈ ਵਾਕ, ਇਹਦੇ ਵਿੱਚ ਜੋ L ਹੈ ਉਹ ਸਾਇਲੈਂਟ ਹੈ, L ਜੋ ਹੈ ਉਹ ਸੁਣਾਈ ਨਹੀਂ ਦਿੰਦਾ, L ਨੂੰ ਅਸੀਂ ਬੋਲਣਾ ਨਹੀਂ ਹੁੰਦਾ ਹੈ। ਠੀਕ ਹੈ, ਤਾਂ जो D वाला ऑप्शन है क्लाइंब, ठीक है, ਇਹਦੇ ਵਿੱਚ L ਜੋ ਹੈ ਉਹ ਸਾਊਂਡ ਆ ਰਿਹਾ ਹੈ, ਤਾਂ ਜੋ ਇਹ D ਵਾਲਾ ਆਪਸ਼ਨ ਹੈ क्लाइंब, ਇਸ ਦੇ ਵਿੱਚ L ਸਾਇਲੈਂਟ ਨਹੀਂ ਹੈ। ਇਹਨਾਂ ਨੇ ਸਾਨੂੰ ਕੁਐਸਚਨ ਨੰਬਰ 13 ਦੇ ਵਿੱਚ ਇਹੀ ਕਿਹਾ ਸੀ, ਚੂਜ਼ ਦਾ ਵਰਡ ਵੇਅਰ ਲੈਟਰ L ਇਜ਼ ਨੋਟ ਸਾਇਲੈਂਟ, ਵੀ ਜਿਸ ਦੇ ਵਿੱਚ ਜੋ ਅਸੀਂ ਇੱਦਾਂ ਦਾ ਵਰਡ ਚੁਣਨਾ ਹੈ ਇਹਨਾਂ ਚਾਰਾਂ ਦੇ ਵਿੱਚੋਂ ਜਿਸ ਵਰਡ ਦੇ ਵਿੱਚ ਜੋ L ਲੈਟਰ ਹੈ ਉਹ ਜੋ ਹੈ ਸਾਇਲੈਂਟ, ਯਾਨੀ ਕਿ ਜਦੋਂ ਅਸੀਂ ਬੋਲਾਂਗੇ ਤਾਂ L ਜੋ ਹੈ ਸੁਣਾਈ ਦੇਵੇ। ਜਿਹੜਾ ਫਰਸਟ ਆਪਸ਼ਨ ਹੈ ਪਾਮ, ਇਸ ਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਸੈਕਿੰਡ ਆਪਸ਼ਨ ਹਾਫ, ਇਹਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਥਰਡ ਆਪਸ਼ਨ ਵਾਕ, ਇਸ ਦੇ ਵਿੱਚ L ਨਹੀਂ ਸੁਣਾਈ ਦੇ ਰਿਹਾ ਹੈ। ਜੋ ਲਾਸਟ D ਆਪਸ਼ਨ ਹੈ ਕਲਾइंब, ਇਸ ਦੇ ਵਿੱਚ L ਜੋ ਹੈ ਉਹ ਸੁਣਾਈ ਦੇ ਰਿਹਾ ਹੈ, ਯਾਨੀ ਕਿ L ਨੂੰ ਅਸੀਂ ਬੋਲ ਰਹੇ ਹਾਂ, L ਸਾਇਲੈਂਟ ਨਹੀਂ ਹੈ। ਤਾਂ ਸਾਡਾ ਜੋ ਆਨਸਰ ਹੋਊਗਾ ਉਹ ਹੋਊਗਾ D ਵਾਲਾ ਆਪਸ਼ਨ क्लाइंब। साड़ा आंसर है जी क्लाइंब। ठीक है, डी वाला ऑप्शन है क्लाइंब। क्वेश्चन नंबर 14 है, चूज द करैक्ट स्पैलिंग्स। जिमें साढ़े कोल जो है पहला एक क्वेश्चन आया सी जिस दे विच असी मैडल दा जो है प्लूरल दसना सी, उहदे विच साढ़े कोल जो है 2 आंसर्स सही सी। मैडल्स ते मैडल्स करके जो है 2 बारी वर्ड्स रिपीट होया सी। सेम इस क्वेश्चन दे विच भी है, इन्होंने सानू क्या है भी असी करैक्ट स्पैलिंग्स ਨੂੰ ਜੋ ਹੈ ਚੂਜ਼ ਕਰਨਾ ਹੈ, ਵੀ ਜਿਹੜੇ ਸਪੈਲਿੰਗਸ ਕਰੈਕਟ ਨੇ ਉਸ ਨੂੰ ਜੋ ਹੈ ਅਸੀਂ ਚੂਜ਼ ਕਰਨਾ ਹੈ। ਇੱਥੇ ਵਰਡ ਹੈ ਰਿਮੈਂਬਰ, ਤੇ ਤੁਸੀਂ ਦੇਖ ਸਕਦੇ ਹੋ ਕਿ ਆਪਸ਼ਨ A ਤੇ ਆਪਸ਼ਨ D ਆਪਸ਼ਨ A ਅਤੇ ਆਪਸ਼ਨ D ਦੇ ਵਿੱਚ ਜੋ ਰਿਮੈਂਬਰ ਹੈ ਇਹਨਾਂ ਦੇ ਜੋ ਸਪੈਲਿੰਗਸ ਹੈ ਇੱਕ ਤਾਂ ਇਹ ਕਰੈਕਟ ਹੈ ਤੇ ਦੋਵਾਂ ਦੇ ਵਿੱਚ ਹੀ ਸੇਮ ਸਪੈਲਿੰਗਸ ਹੈ। ਰਿਮੈਂਬਰ ਹੁੰਦਾ ਹੈ ਯਾਦ ਰੱਖਣਾ, ਠੀਕ ਹੈ, ਵੀ ਕਿਸੇ ਚੀਜ਼ ਨੂੰ ਯਾਦ ਕਰਨਾ ਜਾਂ ਫਿਰ ਯਾਦ ਰੱਖਣਾ। ਠੀਕ ਹੈ, याद कह लो या फिर चेते रखना या फिर चेते करना या फिर ठीक है याद करना। ठीक है, हाँ जी, रिमैंबर। तो ऑप्शन ए दे विच भी इसके जो स्पैलिंग्स हैं वो है REMEMBER। ऑप्शन डी दे विच भी दे स्पैलिंग्स है REMEMBER। तो दोवां दे विच देख सकते हैं कि जो स्पैलिंग्स हैं वो तो सेम है। तो इस दे विच भी जो है देखो जो ऑप्शन बी है इस दे विच जो स्पैलिंग्स दिते हुए हैं वो गलत हैं, इदा ही ऑप्शन सी वाले स्पैलिंग्स भी गलत हैं। तो ऑप्शन ए भी सही है तो ऑप्शन डी भी सही है। दोवां दे विच जो स्पैलिंग्स यूज हुए हैं वो सही हैं, REMEMBER। देख सकते हो तुसी ऑप्शन ए ਅਤੇ ऑप्शन डी दोवां दे विच जो स्पैलिंग्स यूज हुए हैं वो सेम है, REMEMBER।
MEMBER। क्वेश्चन नंबर 15 है चूज इनकरेक्ट स्टेटमेंट। ਇਹਦੇ ਵਿੱਚ ਆਪਸ਼ਨ A ਹੈ he was going with his father, ਆਪਸ਼ਨ B ਹੈ they were playing cricket, ਆਪਸ਼ਨ C ਹੈ we were very busy, ਆਪਸ਼ਨ D ਹੈ I were reading newspaper। ਇਹਨਾਂ ਨੇ ਸਾਨੂੰ ਕਿਹਾ ਸੀ ਚੂਜ਼ ਇਨਕਰੈਕਟ ਸਟੇਟਮੈਂਟ, ਵੀ ਉਹ ਸਟੇਟਮੈਂਟ ਚੂਜ਼ ਕਰੋ ਜਿਹੜੀ ਕਿ ਇਨਕਰੈਕਟ ਹੈ ਯਾਨੀ ਕਿ ਗਲਤ ਹੈ। ਤਾਂ ਇਹਦੇ ਵਿੱਚ ਦੇਖੋ ਇੱਥੇ I ਦੇ ਨਾਲ were ਆ ਰਿਹਾ ਹੈ, I ਦੇ ਨਾਲ ਕਦੀ ਵੀ were ਨਹੀਂ ਆਉਂਦਾ ਹੁੰਦਾ, ਠੀਕ ਹੈ। I ਦੇ ਨਾਲ जो है ਜਿਵੇਂ M ਹੋ ਗਿਆ AM, ਠੀਕ ਹੈ, I am, ਠੀਕ ਹੈ, I am reading newspaper ਹੋ ਗਿਆ, ਜਾਂ I have, ਠੀਕ ਹੈ। ਫਿਰ have ਆਏਗਾ ਤਾਂ ਫਿਰ ਥਰਡ ਫੋਰਮ ਆਏਗੀ, ਇੱਥੇ ਰੀਡਿੰਗ ਨਹੀਂ ਆ ਸਕਦਾ। ਤਾਂ ਇੱਥੇ ਜੋ ਹੈ ਬਸ ਤੁਸੀਂ ਇਹ ਨੋਟ ਕਰਨਾ ਹੈ, ਦੇਖੋ he ਦੇ ਨਾਲ was ਹੈ ਉਹ ਸਹੀ ਹੈ, they ਦੇ ਨਾਲ were ਹੈ ਉਹ ਵੀ ਸਹੀ ਹੈ, we ਦੇ ਨਾਲ were ਹੈ ਉਹ ਵੀ ਆ ਸਕਦਾ ਹੈ, ਸਹੀ ਹੈ। I ਦੇ ਨਾਲ were ਨਹੀਂ ਆਉਂਦਾ ਹੁੰਦਾ, ਠੀਕ ਹੈ। I ਦੇ ਨਾਲ was I was ਹੋ ਸਕਦਾ ਹੈ, ਠੀਕ ਹੈ। ਇੱਥੇ was ਅਗਰ ਆਂਦਾ ਤਾਂ ਠੀਕ ਸੀ, I was reading newspaper, ਵੀ ਮੈਂ ਜੋ ਨਿਊਜ਼ਪੇਪਰ ਹੈ ਉਹ ਪੜ੍ਹਦਾ ਪਿਆ ਸੀ, ਠੀਕ ਹੈ। I ਦੇ ਨਾਲ were ਨਹੀਂ ਆਂਦਾ ਹੁੰਦਾ। ਤੇ ਸਾਡਾ ਕੁਐਸਚਨ ਕੀ ਸੀ, ਚੂਜ਼ ਇਨਕਰੈਕਟ ਸਟੇਟਮੈਂਟ, ਵੀ ਸਾਨੂੰ ਜੋ ਹੈ ਇਨਕਰੈਕਟ ਯਾਨੀ ਕਿ ਗਲਤ ਜੋ ਸਟੇਟਮੈਂਟ ਹੈ ਉਸਨੂੰ ਜੋ ਹੈ ਚੂਜ਼ ਕਰਨਾ ਹੈ। ਤਾਂ ਜਿਹੜੀ ऑप्शन A, B और C ने वो तो सही ने, ठीक है। जोड़ा ऑप्शन D है वही जो है इनकरैक्ट स्टेटमेंट है, क्योंकि I दे नाल वर नहीं आंदा हुंदा, ठीक है। तो ऑप्शन D जो है साडा आंसर होएगा। सानू इनकरैक्ट स्टेटमेंट जो है चूज करनी सी, तो साडा आंसर है ऑप्शन D I वर रीडिंग न्यूज़पेपर। ये जो है इनकरैक्ट स्टेटमेंट है क्योंकि I दे नाल वर नहीं आंदा हुंदा। I दे नाल was आ सकता है, I दे नाल AM यानी कि M आ सकता है, I ਦੇ ਨਾਲ have आ सकता है HAVE, पर I ਦੇ ਨਾਲ ਕਦੀ ਵੀ were ਨਹੀਂ ਆਂਦਾ ਹੁੰਦਾ। क्वेश्चन नंबर 16 है चूज द इनकरैक्ट ऑप्शन फॉर नाउन। सब तो पहला सानू ये पता होना मतलब जो है ਜ਼ਰੂਰੀ ਹੈ ਵੀ ਨਾउन ਹੁੰਦਾ ਕੀ ਹੈ, ਠੀਕ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਵੀ ਜਿਹੜਾ ਨਾउन ਹੈ ਉਹਦੇ ਵਾਸਤੇ ਜੋ ਗਲਤ ਆਪਸ਼ਨ ਹੈ, ਵੀ ਜਿਹੜਾ ਨਾउन ਨਹੀਂ ਹੈ, ਠੀਕ ਹੈ, ਉਹ ਸਾਨੂੰ ਚੂਜ਼ ਕਰਨਾ ਹੈ। ਤਾਂ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਨਾउन ਕੀ ਹੁੰਦਾ ਹੈ। ਤਾਂ ਨਾउन ਅਸੀਂ ਕਿਸੇ ਇੱਦਾਂ ਦੇ ਵਰਡ ਵਾਸਤੇ ਜੋ ਹੈ ਯੂਜ਼ ਕਰਦੇ ਹਾਂ ਜੋ ਵਰਡ ਕਿਸੇ ਮਤਲਬ ਪਰਸਨ ਨੂੰ ਯਾਨੀ ਕਿ ਵਿਅਕਤੀ ਨੂੰ, ਕਿਸੇ ਥਾਂ ਨੂੰ ਯਾਨੀ ਕਿ ਪਲੇਸ ਨੂੰ, ਤੇ ਕਿਸੇ ਚੀਜ਼ ਨੂੰ ਯਾਨੀ ਕਿ ਕਿਸੇ ਥਿੰਗ ਨੂੰ, ਠੀਕ ਹੈ, ਜਾਂ ਫਿਰ ਕਿਸੇ ਐਨੀਮਲ ਨੂੰ ਜੋ ਹੈ ਦੱਸ ਰਿਹਾ ਹੋਏ। ਨਾउन ਅਸੀਂ ਜੋ ਵਰਡ ਯੂਜ਼ ਕਰਦੇ ਹਾਂ ਉਹ ਕਿਸੇ ਵਿਅਕਤੀ ਨੂੰ, ਠੀਕ ਹੈ, ਪਰਸਨ ਨੂੰ, ਕਿਸੇ ਥਾਂ ਯਾਨੀ ਕਿ ਪਲੇਸ ਨੂੰ, ਤੇ ਕਿਸੇ ਐਨੀਮਲ ਨੂੰ ਯਾਨੀ ਕਿ ਪਸ਼ੂ ਨੂੰ, ਜਾਂ ਫਿਰ ਕਿਸੇ ਚੀਜ਼ ਨੂੰ ਯਾਨੀ ਕਿ ਥਿੰਗ ਨੂੰ ਦਰਸਾਉਣ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ ਨਾउन। ਇੱਥੇ ਜੋ ਵਿਲੇਜ ਹੈ ਉਹ ਜੋ ਹੈ ਕਿਸੇ ਪਲੇਸ ਨੂੰ ਯਾਨੀ ਕਿ ਕਿਸੇ ਥਾਂ ਨੂੰ ਜੋ ਹੈ ਦਰਸਾ ਰਿਹਾ ਹੈ, ਤਾਂ ਵਿਲੇਜ ਤਾਂ ਨਾउन ਹੈ। ਜੋ ਪਲੇਅਰ ਹੈ, प्लेयर देखो ये जो है किसी परसन वास्ते यानी कि किसी व्यक्ति वास्ते यूज होता है, ठीक है। तो ये भी जो है नाउन है। जो ए डी वाला ऑप्शन है पोंड, पोंड होंदा है तालाब, तो ये भी जो है एक तरह का किसी जगह नूं, किसी थां नूं, किसी प्लेस नूं दर्शा रहा है। तो ये जो पोंड है वो भी जो है नाउन है। पर जोड़ा ये हैप्पी जो वर्ड है HAPPY हैप्पी, ये जो है खुश होना, ठीक है, या फिर खुश, ठीक है। तो मतलब अगर कोई बंदा खुश है या खुश हो रहा है उस वास्ते असी वर्ड यूज़ करते हैं हैप्पी। तो ये ना एडजैक्टिव है, ये नाउन नहीं है, ये एडजैक्टिव है। तो साडा जो आंसर है वो यही है हैप्पी, क्योंकि उन्होंने सानू क्या सी चूज द इनकरैक्ट ऑप्शन फॉर नाउन, भी सानू जो है इनकरैक्ट भी ਜਿਹੜੇ ਨੀਚੇ 4 ਆਪਸ਼ਨ ਦਿੱਤੇ ਗਏ ਨੇ, ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਜਿਹੜਾ ਗਲਤ ਹੈ, ਜਿਹੜਾ ਗਲਤ ਆਪਸ਼ਨ ਹੈ ਯਾਨੀ ਕਿ ਜੋ ਨਾउन ਨੂੰ ਨਹੀਂ ਦਰਸਾ ਰਿਹਾ ਹੈ, ਸਾਨੂੰ ਉਸ ਨੂੰ ਜੋ ਹੈ ਚੂਜ਼ ਕਰਨਾ ਸੀ। ਤਾਂ ਵਿਲੇਜ ਨਾउन ਨੂੰ ਦਰਸਾ ਰਿਹਾ ਹੈ, ਜੋ ਪਲੇਅਰ ਹੈ ਉਹ ਵੀ ਨਾउन ਨੂੰ ਦਰਸਾ ਰਿਹਾ ਹੈ, ਜੋ ਪੌਂਡ ਹੈ ਉਹ ਵੀ ਜੋ ਹੈ ਨਾउन ਨੂੰ ਦਰਸਾ ਰਿਹਾ ਹੈ, ਜੋ ਹੈਪੀ ਹੈ ਉਹਦਾ ਮੀਨਿੰਗ ਹੁੰਦਾ ਹੈ ਖੁਸ਼ ਹੋਣਾ, ਇਹ ਜੋ ਹੈ ਐਡਜੈਕਟਿਵ ਨੂੰ ਦਰਸਾ ਰਿਹਾ ਹੈ। ਤਾਂ ਇਹ ਜੋ ਹੈ ਸਾਡਾ ਨਾउन नहीं है। तो यही साडा आंसर होएगा, ठीक है। ऑप्शन सी हैप्पी जो है ये नाउन नहीं है। तो
ਸਾਨੂੰ ਇਨਕਰੈਕਟ ਆਪਸ਼ਨ ਚੁਣਨਾ ਸੀ, ਉਹ ਜੋ ਹੈ ਸੀ ਵਾਲਾ ਆਪਸ਼ਨ ਹੈ। क्वेश्चन नंबर 17 है चूज द करेक्ट ऑप्शन डैश वर थिंकिंग अबाउट द प्रॉब्लम। देखो ये भी जो है सिंपल जा ही है, सानू इन्होंने क्या है भी असी करैक्ट ऑप्शन चूज करके इत्थे जो है मतलब प्लेस करना है वर तो पहला। देखो ही दे नाल शी दे नाल दैम दे नाल कदी भी वर नहीं आंदा हुंदा, ठीक है। ही वर, शी वर, दैम वर, इन्हां दे नाल कदी भी जो है ही नाल शी नाल दैम दे नाल कदी भी ये जो वर्ड है वर WERE ये जो है नहीं आंदा हुंदा, ठीक है। क्योंकि ये जो वर्ड यूज होंदा है ये एक तो ज़्यादा नू दर्शाने वास्ते यूज होंदा है, वर्ड कह लो या फिर जो वर्ब है, ठीक है। हाँ जी, तो इत्थे जो वी है, वी का मीनिंग होंदा है भी कई सारे, ठीक है। मतलब वी वैसे जो है असी वर्ड यूज़ करते हाँ भी 80, ठीक है। 80 मीन्स कि वी वर थिंकिंग अबाउट द प्रॉब्लम, भी असी जो है इस प्रॉब्लम यानी कि समस्या के बारे सोचते पे सी, ठीक है। तो इत्थे जो ही है वो सिंगुलर है, शी भी जो है वो सिंगुलर है, दैम भी जो है वो सिंगुलर है, वी जो है वो प्लूरल है। तो ये जो WERE है वर है, ठीक है। ये तुहाडा हमेशा इस दे नाल यूज होंदा है वी दे नाल। जद असी एक तो ज़्यादा बंदियां दी गल करते हाँ तो उत्थे असी WERE वर्ड यूज़ करते हाँ। ही दे विच इक्को ही जो है बंदे की गल हो रही है, शी जो है असी फीमेल वास्ते जो है यूज़ करते हैं। इत्थे सिंगल एक फीमेल यानी कि एक लड़की या गर्ल की ही गल हो रही है। दैम जो है असी जो है किसी उन्होंने जिस तरह हो गया, ठीक है, यानी कि एक पर्सन वास्ते ही यूज़ करते हैं। जोड़ा वी वर्ड है WE ये जो है असी एक तो ज़्यादा अगर पर्सनस नू डिनोट करना होंदा है, दर्शाना होंदा है तो असी WE वर्ड यूज़ करते हैं। तो वी वर्ड के नाल जो वर है, ठीक है, WERE ये आंदा होंदा है। तो साडा सही आंसर होगा वी वर थिंकिंग अबाउट द प्रॉब्लम। वी वर थिंकिंग अबाउट द प्रॉब्लम। इसका मीनिंग ये है भी असी समस्या के बारे सोचते पे सी, ठीक है। वी वर थिंकिंग अबाउट द प्रॉब्लम भी असी समस्या के बारे सोचते पे सी। वी का मीनिंग होंदा है पंजाबी दे विच असी। क्वेश्चन नंबर 18 है चूज द इनकरेक्ट ऑप्शन फॉर द। देखो जो द है THE ये जो है एक तरह का डिटरमाइनर है, ठीक है। इसनों असी निर्धारक भी कहने हाँ पंजाबी ग्रामर के अंदर। तो ये जो द है निर्धारक है, डिटरमाइनर है, ये असी कित्थे यूज़ करते हाँ। देखो ऑप्शन ए दे विच है स्काई, ऑप्शन बी दे विच है सन, ऑप्शन सी दे विच है लेक, ऑप्शन डी दे विच है अर्थ। इन्होंने सानू क्वेश्चन नंबर 18 दे विच क्या है चूज द इनकरैक्ट ऑप्शन। भी सानू जो है भी जिस दे नाल द मतलब जो THE है ये वाला जो द है जिस वर्ड के नाल असी यूज़ नहीं करते हाँ असी वो जो है वर्ड इन्हां चारों दे विचों यानी कि स्काई सन लेक अर्थ दे विचों यूज़ करना है। पहला ये समझ लो भी ये द वर्ड असी यूज़ कदों करते हाँ अगर कोई एक स्पैशल चीज़ है, ठीक है। अगर कोई स्पैशल जी एक चीज़ है उहदे वास्ते असी उसदे नां तो पहला असी द वर्ड यूज़ करते हाँ। जिवें स्काई है यानी कि आसमान है, आसमान एक कल्ला इक्को ही आसमान है, होर ये नहीं है भी कई सारे आसमान ने, ठीक है। आसमान जो है स्काई जो है वो सिंगल है, मतलब कि वो स्पेशल इक्को ही है, ठीक है। कई सारे आसमान नहीं है, इक्को ही आसमान है। तो इत्थे वर्ड असी यूज़ करांगे द स्काई। स्काई तो पहला असी द वर्ड लगा सकते हाँ। द वर्ड असी किसी चीज़ की स्पैशलाइजेशन यानी कि वो चीज़ अगर दुनिया दे विच अनोखी ही है, ठीक है, भी वो चीज़ सिर्फ कल्ली ही है अगर दुनिया के अंदर स्पैशल है, इक्को ही है अगर दुनिया के अंदर, तो असी उस वर्ड के अगे द जो है वर्ड यूज़ करते हैं। द जो है डिटरमाइनर यानी कि निर्धारक जो है यूज़ करते हैं। हुण अगला ऑप्शन है बी सन। सन देखो सूरज जो है, ठीक है, वो इक्को ही है,
ਇੰਜ ਤਾਂ ਨਹੀਂ ਹੈ ਨਾ ਵੀ ਸੂਰਜ ਯਾਨੀ ਕਿ ਸਨ ਜੋ ਹੈ ਉਹ ਕਈ ਸਾਰੇ ਨੇ। ਅਰਥ ਦੇ ਉੱਪਰ ਜੋ ਸਨ ਯਾਨੀ ਕਿ ਜੋ ਸਵੇਰੇ ਸਨ ਜੋ ਰਾਈਜ਼ ਹੁੰਦਾ ਹੈ, ਠੀਕ ਹੈ, ਸੂਰਜ ਜੋ ਉਗਦਾ ਹੈ, ਜਾਂ ਸ਼ਾਮ ਨੂੰ ਜੋ ਸੂਰਜ ਢਲਦਾ ਹੈ, ਇਹ ਤਾਂ ਨਹੀਂ ਹੈ ਨਾ ਵੀ ਸਵੇਰ ਵਾਲਾ ਸੂਰਜ ਜੋ ਉਗਦਾ ਹੈ ਉਹ ਹੋਰ ਹੈ ਤੇ ਸ਼ਾਮ ਨੂੰ ਜਿਹੜਾ ਢਲਦਾ ਹੈ ਸੂਰਜ ਯਾਨੀ ਕਿ ਜੋ ਸਨਸੈਟ ਹੁੰਦਾ ਹੈ ਉਹ ਵਾਲਾ ਸੂਰਜ ਯਾਨੀ ਕਿ ਸਨ ਅਲੱਗ ਹੁੰਦਾ ਹੈ। ਇਦਾਂ ਤਾਂ ਕੁਛ ਨਹੀਂ ਹੈ ਨਾ। ਸੂਰਜ ਜੋ ਸਨ ਹੈ ਉਹ ਇੱਕ ਸਪੈਸ਼ਲ ਹੈ, ਇੱਕੋ ਹੀ ਹੈ, ਇਦਾਂ ਦੇ ਹੋਰ ਨਹੀਂ ਹੈ। ਤਾਂ ਸਨ ਵਾਸਤੇ ਵੀ ਅਸੀਂ ਜੋ ਹੈ ਵਰਡ ਯੂਜ਼ ਕਰਾਂਗੇ ਦਾ ਸਨ, ਕਿਉਂਕਿ ਸਪੈਸ਼ਲ ਹੈ। ਹਾਂਜੀ, ਹੁਣ ਡੀ ਵਾਲਾ ਜੋ ਹੈ ਅਰਥ, ਅਰਥ ਯਾਨੀ ਕਿ ਜੋ ਇਹ ਧਰਤੀ ਹੈ, ਠੀਕ ਹੈ, ਜਿਸ ਤੇ ਅਸੀਂ ਰਹਿੰਦੇ ਹਾਂ, ਜਿਸ ਨੂੰ ਕਿ ਅਸੀਂ ਪ੍ਰਿਥਵੀ ਵੀ ਕਹਿੰਦੇ ਹਾਂ। ਤਾਂ ਜੋ ਇਹ ਅਰਥ ਹੈ ਜਾਂ ਫਿਰ ਜੋ ਇਹ ਪ੍ਰਿਥਵੀ ਹੈ, ਜੋ ਇਹ ਧਰਤੀ ਹੈ ਜਿਸ ਤੇ ਅਸੀਂ ਰਹਿੰਦੇ ਹਾਂ, ਇਹ ਵੀ ਜੋ ਹੈ ਸਪੈਸ਼ਲ ਹੈ। ਅਰਥ ਵਰਗੇ ਹੋਰ ਨਹੀਂ ਹੈ ਕੋਈ, ਠੀਕ ਹੈ। ਹੋਰ ਕਿਸੇ ਵੀ ਪਲੈਨਟ ਦੇ ਉੱਪਰ ਜੋ ਹੈ ਆਕਸੀਜਨ ਹਾਲੇ ਤੱਕ ਤਾਂ ਮਿਲੀ ਨਹੀਂ ਹੈ, ਠੀਕ ਹੈ। ਤੇ ਅਰਥ ਜੋ ਹੈ ਉਹ ਸਪੈਸ਼ਲ ਹੈ। ਅਰਥ ਇਸ ਦੁਨੀਆ ਦੇ ਅੰਦਰ ਇੱਕੋ ਹੀ ਹੈ। ਤਾਂ ਅਰਥ ਵਾਸਤੇ ਵੀ ਜੋ ਹੈ ਵਰਡ ਅਸੀਂ ਯੂਜ਼ ਕਰਾਂਗੇ, ਵਰਡ ਮੀਨਸ ਕਿ ਡਿਟਰਮਾਈਨਰ ਵਰਡ ਅਸੀਂ ਯੂਜ਼ ਕਰਾਂਗੇ ਦਾ। ਤਾਂ ਸਕਾਈ ਦੇ ਨਾਲ ਵੀ ਦਾ ਯੂਜ਼ ਹੋ ਸਕਦਾ ਹੈ, ਦਾ ਸਕਾਈ। ਸਨ ਵਾਸਤੇ ਵੀ ਯੂਜ਼ ਹੋ ਸਕਦਾ ਹੈ ਦਾ ਸਨ। ਅਰਥ ਵਾਸਤੇ ਵੀ ਯੂਜ਼ ਹੋ ਸਕਦਾ ਹੈ ਦਾ ਅਰਥ। ਪਰ ਜਿਹੜਾ ਇਹ ਲੇਕ ਹੈ, ਲੇਕ ਮੀਨਸ ਹੁੰਦਾ ਹੈ ਝੀਲ। ਝੀਲ ਮਤਲਬ ਕਿ ਜਿਹੜਾ ਇਹ ਜਿਹਨਾਂ ਦੇ ਵਿੱਚ ਇਹ ਪਾਣੀ ਜੋ ਹੈ ਵਗਦਾ ਹੈ, ਠੀਕ ਹੈ। ਤਾਂ ਝੀਲਾਂ ਜੋ ਹੈ ਦੇਖੋ, ਹੁਣ ਅਰਥ ਦੀ ਮੈਂ ਅਗਰ ਆਪਣੀ ਧਰਤੀ ਦੀ ਹੀ ਗੱਲ ਕਰਾਂ, ਠੀਕ ਹੈ, ਯਾਨੀ ਕਿ ਸਾਡੀ ਅਰਥ ਦੇ ਉੱਪਰ, ਧਰਤੀ ਦੇ ਉੱਪਰ, ਪ੍ਰਿਥਵੀ ਦੇ ਵਿੱਚ ਕਿੰਨੀਆਂ ਹੀ ਸਾਰੀਆਂ ਝੀਲਾਂ ਨੇ, ਠੀਕ ਹੈ। ਤਾਂ ਲੇਕ ਦੇਖੋ ਚੰਡੀਗੜ੍ਹ ਦੇ ਵਿੱਚ ਹੀ ਅਸੀਂ ਕਹਿੰਦੇ ਹਾਂ ਸੁਖਨਾ ਲੇਕ, ਤੇ ਇੱਦਾਂ ਹੀ ਜੋ ਹੈ ਕਈ ਸਾਰੀ ਹੋਰ ਜੋ ਹੈ ਲੇਕਸ। ਕੱਲੇ ਸਾਡਾ ਜੋ ਦੇਸ਼ ਹੈ ਇੰਡੀਆ ਯਾਨੀ ਕਿ ਭਾਰਤ ਦੇ ਵਿੱਚ ਹੀ ਕਈ ਸਾਰੀ ਲੇਕਸ ਨੇ। ਤੇ ਅਗਰ ਅਸੀਂ ਅਰਥ ਦੀ ਗੱਲ ਕਰੀਏ ਯਾਨੀ ਕਿ ਜੋ ਪ੍ਰਿਥਵੀ ਹੈ, ਧਰਤੀ ਹੈ, ਇਸ ਦੇ ਉੱਪਰ ਤਾਂ ਪਤਾ ਨਹੀਂ ਕਿਤਨੀ ਸਾਰੀ ਲੇਕਸ ਨੇ। ਤਾਂ ਜਦ ਅਸੀਂ ਵਰਡ ਯੂਜ਼ ਕਰ ਰਹੇ ਹਾਂ ਲੇਕ, ਇਹ ਜੋ ਹੈ ਕੋਈ ਸਪੈਸ਼ਲ ਨਹੀਂ ਹੈ। ਇਹ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿਸ ਲੇਕ ਦੀ ਗੱਲ ਕਰ ਰਹੇ ਹਾਂ, ਕਿਉਂਕਿ ਕਈ ਸਾਰੀ ਝੀਲਾਂ ਨੇ, ਠੀਕ ਹੈ, ਅਰਥ ਦੇ ਉੱਪਰ। ਤਾਂ ਇਹਦੇ ਵਾਸਤੇ ਅਸੀਂ ਦਾ ਲੇਕ ਜੋ ਵਰਡ ਹੈ ਉਹ ਯੂਜ਼ ਨਹੀਂ ਕਰ ਸਕਦੇ। ਇੱਥੇ ਅਸੀਂ ਜੋ ਦਾ ਜੋ ਡਿਟਰਮਾਈਨਰ ਹੈ, ਨਿਰਧਾਰਕ ਹੈ, ਲੇਕ ਦੇ ਅੱਗੇ ਅਸੀਂ ਦਾ ਨਹੀਂ ਲਗਾ ਸਕਦੇ। ਸਾਨੂੰ ਨਹੀਂ ਪਤਾ ਵੀ ਕਿਹੜੀ ਝੀਲ, ਕਿਹੜੀ ਲੇਕ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹ ਕਈ ਸਾਰੀਆਂ ਨੇ, ਠੀਕ ਹੈ। ਅਰਥ ਦੇ ਉੱਪਰ ਕਈ ਸਾਰੀ ਲੇਕਸ ਨੇ, ਕਈ ਸਾਰੀ ਝੀਲਾਂ ਨੇ। ਸਕਾਈ ਦੇ ਨਾਲ ਦਾ ਲੱਗ ਸਕਦਾ ਹੈ, ਸਨ ਦੇ ਨਾਲ ਮਤਲਬ ਸਨ ਤੋਂ ਪਹਿਲਾਂ ਦਾ ਲੱਗ ਸਕਦਾ ਹੈ, ਅਰਥ ਤੋਂ ਪਹਿਲਾਂ ਦਾ ਲੱਗ ਸਕਦਾ ਹੈ, ਕਿਉਂਕਿ ਇਹ ਸਪੈਸ਼ਲ ਨੇ, ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਨੇ। ਲੇਕ ਯਾਨੀ ਕਿ ਝੀਲ ਜੋ ਹੈ, ਮਤਲਬ ਝੀਲਾਂ ਕਈ ਸਾਰੀਆਂ ਨੇ, ਤਾਂ ਇਹਨਾਂ ਦੇ ਅੱਗੇ ਜੋ ਦਾ ਜੋ ਡਿਟਰਮਾਈਨਰ ਹੈ ਉਹ ਜੋ ਹੈ ਨਹੀਂ ਲੱਗ ਸਕਦਾ। ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਚੂਜ਼ ਦਾ ਇਨਕਰੈਕਟ ਆਪਸ਼ਨ ਫॉर ਦਾ, ਵੀ ਦਾ ਵਾਸਤੇ ਇਨਕਰੈਕਟ ਆਪਸ਼ਨ ਜੋ ਹੈ ਚੂਜ਼ ਕਰੋ। ਤਾਂ ਸਾਡਾ ਆਨਸਰ ਹੋਗਾ ਆਪਸ਼ਨ ਸੀ ਲੇਕ, LAKE। क्वेश्चन नंबर 19 है चूज द करैक्ट स्टेटमेंट। अगर ਤੁਹਾਨੂੰ ਯਾਦ ਹੋਏ ਵੀ ਅਗਰ ਅਸੀਂ ਕੋਈ ਵੀ ਸਟੇਟਮੈਂਟ ਬਣਾਉਣੀ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਤਾਂ ਅਸੀਂ ਜੋ ਹੈ ਯੂਜ਼ ਕਰਦੇ ਹਾਂ ਸੈਂਟੈਂਸ। ਅਗਰ ਅਸੀਂ ਫਾਰਮ ਕਰਨਾ ਹੁੰਦਾ ਹੈ ਤਾਂ ਸੈਂਟੈਂਸ ਕੰਸਟਰਕਸ਼ਨ ਵਾਸਤੇ ਇੱਕ ਰੂਲ ਅਸੀਂ ਫੋਲੋ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਸਬਜੈਕਟ, ਉਸ ਤੋਂ ਬਾਅਦ ਆਉਂਦੀ ਹੈ ਵਰਬ, ਫਿਰ ਆਉਂਦਾ ਹੈ ਆਬਜੈਕਟ, ਠੀਕ ਹੈ। ਸਬਜੈਕਟ ਯਾਨੀ ਕਿ ਉਸ ਨੂੰ ਅਸੀਂ ਕਰਤਾ ਵੀ ਕਹਿੰਦੇ ਹਾਂ, ਵੀ ਜਿਹੜਾ ਕੋਈ ਕੰਮ ਜਾਂ ਕਾਰਜ ਕਰ ਰਿਹਾ ਹੈ। ਵਰਬ ਯਾਨੀ ਕਿ ਜੋ, ਇਸ ਨੂੰ ਅਸੀਂ ਵਰਬ ਨੂੰ क्रिया ਵੀ ਕਹਿੰਦੇ ਹਾਂ, ਵੀ ਜੋ ਕੋਈ ਕੰਮ ਹੋ ਰਿਹਾ ਹੈ, ਠੀਕ ਹੈ। ਤੇ ਜੋ ਆਬਜੈਕਟ ਹੈ, ਠੀਕ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕਰਮ, ਵੀ ਜਿਸ ਦੇ ਉੱਪਰ ਹੋ ਰਿਹਾ ਹੈ ਕੋਈ ਕੰਮ। ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਸਬਜੈਕਟ। ਦੇਖੋ ਜਿਹੜਾ ਆਪਸ਼ਨ ਡੀ ਹੈ ਇਸ ਦੇ ਵਿੱਚ ਜ਼ਰਾ ਇੱਕ ਮਿੰਟ, ਸਾਨੂੰ ਇਹਨਾਂ ਨੇ ਕਿਹਾ ਹੈ ਵੀ ਅਸੀਂ ਕਰੈਕਟ ਸਟੇਟਮੈਂਟ ਜੋ ਹੈ ਉਹ ਚੂਜ਼ ਕਰਨੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹ ਜੋ ਦਾ ਆਈਡੀਆ ਹੈ ਆਪਸ਼ਨ ਏ ਦੇ ਵਿੱਚ, ਇਹ ਤਾਂ ਆਬਜੈਕਟ ਹੈ। ਲਾਈਕਡ ਚਲੋ ਠੀਕ ਹੈ, ਇਹ ਵਰਬ ਹੋ ਗਈ, ਲੇਕਿਨ ਜੋ ਇਹ ਦਾ ਵੂਮਨ ਹੈ ਉਹ ਸਬਜੈਕਟ ਹੈ, ਉਹ ਸਭ ਤੋਂ ਪਿੱਛੇ ਕਰ ਦਿੱਤਾ ਹੈ। ਜਦ ਕਿ ਸਬਜੈਕਟ ਆਉਣਾ ਚਾਹੀਦਾ ਹੈ ਪਹਿਲੇ ਇੱਥੇ, ਠੀਕ ਹੈ। ਵਰਬ ਤੋਂ ਪਹਿਲਾਂ ਆਉਂਦਾ ਹੈ ਸਬਜੈਕਟ ਤੇ ਵਰਬ ਤੋਂ ਬਾਅਦ ਦੇ ਵਿੱਚ ਆਉਂਦਾ ਹੈ ਆਬਜੈਕਟ। ਇਹ ਜਿਹੜਾ ਆਪਸ਼ਨ 4 ਹੈ ਨਾ, ਇਸ ਦੇ ਵਿੱਚ ਬਿਲਕੁਲ ਸਹੀ ਹੈ। ਦੇਖੋ ਦਾ ਵੂਮਨ यानी कि ਇੱਥੇ ਜੋ ਹੈ ਜੋ ਵੂਮਨ ਹੈ यानी कि ਜੋ ਔਰਤ ਹੈ, ਠੀਕ ਹੈ, ਉਹ ਜੋ ਹੈ ਸਬਜੈਕਟ ਹੈ। ਲਾਈਕਡ ਇਹ ਤੁਹਾਡਾ ਵਰਬ ਹੋ ਗਿਆ, ਇਹ ਤੁਹਾਡਾ ਸਬਜੈਕਟ ਹੈ ਦਾ ਵੂਮਨ, ਠੀਕ ਹੈ, ਸਬਜੈਕਟ। ਜੋ ਲਾਈਕਡ ਹੈ, ਲਾਈਕਡ ਹੁੰਦਾ है यानी कि पसंद करना। ਤੇ ਜੋ ਆਈਡੀਆ ਹੈ ਉਹ ਹੈ ਵਿਚਾਰ।
ए है ऑब्जेक्ट। हाँ जी, ऑप्शन डी ਦੇ ਵਿੱਚ ਜੋ ਹੈ ਇਹ ਹੈ ਸਾਡੇ ਕੋਲ ਸਹੀ ਆਨਸਰ ਹੈ ਦ ਵੂਮਨ ਲਾਈਕਡ ਦ ਆਈਡੀਆ। ਇੱਥੇ ਜੋ ਦ ਵੂਮਨ ਹੈ ਉਹ ਸਬਜੈਕਟ ਹੈ, ਯਾਨੀ ਕਿ ਇਸ ਨੂੰ ਅਸੀਂ ਕਰਤਾ ਕਹਿ ਸਕਦੇ ਹਾਂ। ਲਾਈਕਡ ਮੀਨਸ ਵਰਬ, ਯਾਨੀ ਕਿ ਜੋ ਕਿਰਿਆ ਹੋ ਰਹੀ ਹੈ, ਯਾਨੀ ਕਿ ਪਸੰਦ ਕਰਨਾ, ਠੀਕ ਹੈ। ਤੇ ਦ ਆਈਡੀਆ ਯਾਨੀ ਕਿ ਜੋ ਆਬਜੈਕਟ ਹੈ, ਜਿਸ ਨੂੰ ਕਿ ਅਸੀਂ ਕਰਮ ਵੀ ਕਹਿੰਦੇ ਹਾਂ, ਜਿਸ ਦੇ ਉੱਪਰ ਕਿਰਿਆ ਹੋ ਰਹੀ ਹੈ। ਵੀ ਜੋ ਵੂਮਨ ਹੈ ਉਸ ਨੂੰ ਆਈਡੀਆ ਯਾਨੀ ਕਿ ਵਿਚਾਰ ਲਾਈਕਡ ਯਾਨੀ ਕਿ ਪਸੰਦ ਆਇਆ, ਠੀਕ ਹੈ। ਦ ਵੂਮਨ ਲਾਈਕਡ ਦ ਆਈਡੀਆ, ਵੀ ਜੋ ਵੂਮਨ ਹੈ ਉਸਨੇ ਵਿਚਾਰ ਨੂੰ ਪਸੰਦ ਕੀਤਾ, ਠੀਕ ਹੈ। ਉਸ ਨੂੰ ਵਿਚਾਰ ਜੋ ਹੈ ਪਸੰਦ ਆਇਆ ਜਾਂ ਫਿਰ ਉਸਨੇ ਜੋ ਹੈ ਵਿਚਾਰ ਨੂੰ ਪਸੰਦ ਕੀਤਾ। ਤਾਂ ਜੋ ਔਰਤ ਹੈ, ਠੀਕ ਹੈ, ਉਸ ਨੂੰ ਆਈਡੀਆ ਯਾਨੀ ਕਿ ਵਿਚਾਰ ਲਾਈਕਡ ਯਾਨੀ ਕਿ ਪਸੰਦ ਆਇਆ, ਠੀਕ ਹੈ। ਤਾਂ ਔਰਤ ਨੂੰ ਜੋ ਵਿਚਾਰ ਹੈ ਉਹ ਪਸੰਦ ਆਇਆ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਬਾਕੀ ਜਿਹੜੇ ਆਪਸ਼ਨ ਏ ਹੈ, ਆਪਸ਼ਨ ਬੀ ਹੈ, ਆਪਸ਼ਨ ਸੀ ਹੈ, ਇਹਨਾਂ ਦੇ ਵਿੱਚ ਜੋ ਸੈਂਟੈਂਸ ਕੰਸਟਰਕਸ਼ਨ ਦਾ ਜੋ ਰੂਲ ਹੈ ਉਹ ਫੋਲੋ ਨਹੀਂ ਹੋ ਰਿਹਾ ਹੈ। ਮੀਨਸ ਕਿ ਸਭ ਤੋਂ ਪਹਿਲਾਂ ਸਬਜੈਕਟ ਅਸੀਂ ਰੱਖਣਾ ਹੁੰਦਾ ਹੈ, ਫਿਰ ਉਸ ਤੋਂ ਬਾਅਦ ਅਸੀਂ ਵਰਬ ਰੱਖਣੀ ਹੁੰਦੀ ਹੈ, ਤੇ ਫਿਰ ਅਸੀਂ ਉਸ ਤੋਂ ਬਾਅਦ ਜੋ ਹੈ ਆਬਜੈਕਟ ਰੱਖਦੇ ਹਾਂ। ਸਬਜੈਕਟ ਯਾਨੀ ਕਿ ਜੋ ਕੋਈ ਕੰਮ ਕਰ ਰਿਹਾ ਹੈ, ਕਰਤਾ। ਵਰਬ ਯਾਨੀ ਕਿ ਜੋ ਕਿਰਿਆ ਯਾਨੀ ਕਿ ਜੋ ਕੰਮ ਹੋ ਰਿਹਾ ਹੈ, ਤੇ ਕਰਮ ਯਾਨੀ ਕਿ ਆਬਜੈਕਟ ਵੀ ਜਿਸ ਦੇ ਉੱਪਰ ਜੋ ਹੈ ਕੋਈ ਕੰਮ ਹੋ ਰਿਹਾ ਹੈ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਇਹ ਵਾਲਾ ਜੋ ਰੂਲ ਹੈ ਸੈਂਟੈਂਸ ਕੰਸਟਰਕਸ਼ਨ ਦਾ, ਇਹ ਆਪਸ਼ਨ ਡੀ ਦੇ ਵਿੱਚ ਹੀ ਜੋ ਹੈ ਫੋਲੋ ਹੋ ਰਿਹਾ ਹੈ। ਤਾਂ ਸਾਡਾ ਸਹੀ ਆਨਸਰ ਹੋਏਗਾ ਚੂਜ਼ ਦਾ ਕਰੈਕਟ ਸਟੇਟਮੈਂਟ। ਤਾਂ ਸਾਡੀ ਜੋ ਕਰੈਕਟ ਸਟੇਟਮੈਂਟ ਹੈ ਆਪਸ਼ਨ ਡੀ, ਦ ਵੂਮਨ ਲਾਈਕਡ ਦ ਆਈਡੀਆ। क्वेश्चन नंबर 20 है, चूज द करेक्ट ऑप्शन। ए सिल्क क्लोथ इज डैश देन ए कॉटन क्लोथ। इन्होंने सानू ये क्या है भी सानू करैक्ट ऑप्शन जो है चूज करना है। तो ए सिल्क क्लोथ इज डैश देन ए कॉटन क्लोथ। भी जो एक सिल्क वाला जो कपड़ा हुंदा है यानी कि क्लोथ हुंदा है वो जो है कॉटन क्लोथ तो जो है असी कंपैरिजन करना है। कॉटन क्लोथ ਦਾ सिल्क क्लोथ ਦੇ ਨਾਲ ਕੰਪੈਰੀਜ਼ਨ ਕਰਨਾ ਹੈ। ਜਦ ਵੀ ਕੰਪੈਰੀਜ਼ਨ ਦੀ ਗੱਲ ਆਏਗੀ ਤਾਂ ਅਸੀਂ ਜੋ ਹੈ ਐਡਜੈਕਟਿਵ ਦੇ ਨਾਲ ਜੋ ਹੈ ਅਸੀਂ ਤੁਸੀਂ ਪੜ੍ਹਿਆ ਹੋਣਾ ਹੈ, ਇੱਕ ਤਾਂ ਕੰਪੈਰੀਟਿਵ ਜੋ ਹੈ ਐਡਜੈਕਟਿਵ ਹੁੰਦਾ ਹੈ ਤੇ ਇੱਕ ਸੁਪਰਲੇਟਿਵ ਐਡਜੈਕਟਿਵ ਹੁੰਦਾ ਹੈ। ਇੱਥੇ ਅਸੀਂ ਜੋ ਹੈ ਕੰਪੈਰੀਟਿਵ ਜੋ ਐਡਜੈਕਟਿਵ ਹੈ ਤਾਂ ਜੋ ਕੰਪੈਰੀਟਿਵ ਡਿਗਰੀ ਹੁੰਦੀ ਹੈ ਐਡਜੈਕਟਿਵ ਦੀ ਉਹ ਅਸੀਂ ਯੂਜ਼ ਕਰਾਂਗੇ, ਯਾਨੀ ਕਿ ਸੌਫਟ ਦੇ ਨਾਲ ER ਲੱਗ ਜਾਂਦਾ ਹੈ। ਤਾਂ ਸਾਡਾ ਸਹੀ ਆਨਸਰ ਹੋਏਗਾ ਕਿਉਂਕਿ ਇੱਥੇ ਅਸੀਂ ਕੰਪੈਰੀਜ਼ਨ ਕਰਨਾ ਹੈ। ਤਾਂ ਇਸੇ ਕਰਕੇ ਅਸੀਂ ਜੋ ਹੈ ਕੰਪੈਰੀਟਿਵ ਡਿਗਰੀ ਵਾਲਾ ਐਡਜੈਕਟਿਵ ਯੂਜ਼ ਕਰਾਂਗੇ। ਤੇ ਕੰਪੈਰੀਟਿਵ ਡਿਗਰੀ ਵਾਲਾ ਐਡਜੈਕਟਿਵ ਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਸੌਫਟ ਹੋ ਗਿਆ ਉਹ ਤਾਂ ਐਡਜੈਕਟਿਵ ਹੈ, ਠੀਕ ਹੈ। ਐਡਜੈਕਟਿਵ ਮੀਨਸ ਕਿ ਅਸੀਂ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ। ਤੇ ਕੰਪੈਰੀਟਿਵ ਐਡਜੈਕਟਿਵ ਦੇ ਵਿੱਚ ਕੀ ਹੁੰਦਾ ਹੈ ਵੀ ਸੌਫਟ ਦੇ ਨਾਲ ER ਵਰਡ ਲੱਗ ਜਾਂਦਾ ਹੈ। ਜਿਹੜਾ ਇੱਥੇ ਵਰਡ ਆ ਰਿਹਾ ਹੈ ਨਾ THAN ਦੈਨ, ਠੀਕ ਹੈ, ਦੈਨ, ਇਹ ਜੋ ਹੈ ਅਸੀਂ ਵਰਡ ਤਾਂ ਯੂਜ਼ ਕਰਦੇ ਹਾਂ ਅਗਰ ਅਸੀਂ ਕੰਪੈਰੀਜ਼ਨ ਕਰਨਾ ਹੋਏ। ਕੰਪੈਰੀਜ਼ਨ ਅਸੀਂ ਇੱਥੇ ਕਿਸ ਦਾ ਕਰ ਰਹੇ ਹਾਂ, ਸਿਲਕ ਕਲੋਥ ਤੇ ਕੋਟਨ ਕਲੋਥ ਦਾ ਕਰ ਰਹੇ ਹਾਂ, ਠੀਕ ਹੈ। ਵੀ ਜੋ ਸਿਲਕ ਕਲੋਥ ਹੈ ਉਹ ਸੌਫਟਰ ਹੁੰਦਾ ਹੈ ਦੈਨ ਇਹ ਕੋਟਨ ਕਲੋਥ। ए सिल्क क्लोथ इज़ सॉफ्टर दैन ए कॉटन क्लोथ। इत्थे असी जो है जो कंपैरेटिव जो एडजैक्टिव हुंदा है, कंपैरेटिव डिग्री हुंदी है एडजैक्टिव दी, वो असी यूज़ कीती है सॉफ्टर, ठीक है। ए सिल्क क्लोथ इज़ सॉफ्टर दैन ए कॉटन क्लोथ। साडा जो ऑप्शन बी है वो सही आंसर है। ए सिल्क क्लोथ इज़ सॉफ्टर दैन ए कॉटन क्लोथ। जो ये वर्ड है THAN, इसनों देख के समझ जाया करो भी इत्थे असी जो है कंपैरिजन करन जा रहे हाँ किसी दो चीज़ों का, ठीक है। तो वो दो चीज़ां इत्थे किहड़ियां ने, एक तो सिल्क क्लोथ है तो दो चीज़ां वो किहड़ियां ने, एक तो सिल्क क्लोथ है तो एक जो है कॉटन क्लोथ है। इन्हां दो का जो है कंपैरिजन हो रहा है। ए सिल्क क्लोथ इज़ सॉफ्टर दैन ए कॉटन क्लोथ। Option B is the right answer.